सब कहना बाबा जी मेरे को पैसा नहीं, मेरे को स्कूटरी भी खड़ी है एक 40,000 की मेरे को गड्डी आप ही बन जाएंगे। संगत में पता लगे बाबा जी ने साड़ी खातर ही कुछ किया, मैनू तो नवीं दिया करोगे तुम अड़के। उन्होंने जो भेटा ना दी पाठियों पाठी अपने पहले दिन ही जलूस कढ़ देंगे यार ये गुरु घर लिए ठीक नहीं। मैं आप तो फसे हुए ना, मैनू नहीं पता भी गुरु घर चीज़ां होनी नहीं चाहिए। ਜਿਹੜਾ ਬੰਦਾ 2-4 ਲੱਖ ਦਾ ਪ੍ਰਬੰਧ ਕਰਨ ਲਈ 5-7 ਬੰਦਿਆਂ ਦੀ ਮਦਦ ਲੈ ਰਿਹਾ, ਉਹ ਬੰਦਾ ਅੱਜ ਲੋਕਾਂ ਨੂੰ ਲੱਖਾਂ ਰੁਪਈਆ ਬਿਨਾਂ ਕਿਸੇ ਗੱਲੋਂ ਵੰਡ ਰਿਹਾ, ਉਹ ਕਿੱਥੋਂ ਆ ਰਿਹਾ ਪੈਸਾ? है तो चिट फंड कंपनी वाला काम ही है। ਪਰ ਕਿਤੇ ਇਹ ਬਾਬਾ ਨੋਟਾਂ ਦੀ ਮਸ਼ੀਨ ਤਾਂ ਨਹੀਂ ਲਾਈ ਬੈਠਾ ਕਿਤੇ? हाँ मशीन हैगी है बाबा जी, मैं दिखा नहीं सकता। हो बंदा सानू 3000 रुपया दिंदा एक बार, ਉਹਦੇ ਨਾਂ ਤੇ ਇੱਕ ਤਾਂ ਅਖੰਡ ਪਾਠ ਸਾਹਿਬ ਹੋਊਗਾ ਜੀ, ਪਰ ਉਹਦੇ ਨਾਲ ਉਹਨੂੰ ਮਾਇਆ ਦਾ ਲੰਗਰ ਵੀ ਵਰਤਾਇਆ ਜਾਊ। ਕਿੰਨਾ ਚਿਰ ਵਰਤਾਇਆ ਜਾਊ? ਜਿੰਨਾ ਚਿਰ ਮੈਂ ਜਿਉਂਦਾ ਬੈਠਾ। ਇਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਜਾਂ ਪ੍ਰਧਾਨਾਂ ਨੇ ਇਹ ਪੈਸੇ ਨੂੰ ਦੇਖ ਕੇ ਇਹਦੇ ਲਾਲਚ ਕਰਕੇ ਜੇ ਤੁਹਾਨੂੰ ਮਾਰਤਾ, ਫਿਰ ਲੋਕਾਂ ਦਾ ਤਾਂ ਲੱਖਾਂ ਰੁਪਈਆ ਡੁੱਬ ਜੂਗਾ ਨਾ। ਬਾਬਾ ਤੂੰ ਚਿੱਟ ਫੰਡ ਕੰਪਨੀ ਵਾਂਗੂ ਕੰਮ ਕਰਦਾ, ਇਹ 2 ਨੰਬਰ ਦਾ ਕੰਮ ਹੈ। ਗੁਰੂ ਘਰ ਨਾਲ ਇਹਨਾਂ ਕੋਈ ਸੰਬੰਧ ਨਹੀਂ ਹੈਗਾ। ਜੇ ਬਾਹਰਲੀਆਂ ਕੰਟਰੀਆਂ ਵੀ ਮੇਰੇ ਨਾਲ ਕਿਤੇ ਟਾਈ ਅਪ ਕਰ ਲੈਣ, ਮੈਂ ਇੱਕ ਦਿਨ ਇੰਨੀ ਕੁ ਹਸਤੀ ਰੱਖਦਾ ਜੇ ਕਿਤੇ ਮੇਰੇ ਮੁਤਾਬਕ ਚੱਲਣ, ਮੈਂ ਬਾਹਰਲੇ ਦੇਸ਼ ਨੂੰ ਵੀ ਭਗਤ ਵਿਰਾਸਤ ਦੇ ਨਾਂ ਤੇ ਕਰ ਸਕਦਾ, ਸਾਰੇ ਦੇਸ਼ ਨੂੰ। ਲੋਕ ਗੱਲ ਕਰਦੇ ਨੇ ਕਿ ਖਾਲਿਸਤਾਨ ਹੋਣਾ ਚਾਹੀਦਾ। ਜੇ ਤੁਹਾਡੇ ਕੋਲੇ ਇੰਨਾ ਕੁ ਪੈਸਾ ਤਾਂ ਸਰਕਾਰ ਨੂੰ ਦੇ ਕੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦਾ ਹਿੱਸਾ ਰਵਿਦਾਸ ਭਗਤ ਦੇ ਨਾਂ ਤੇ ਹੀ ਦਵਾ ਦਿਓ। ਗੋਲਕ ਦਾ ਗੁਰੂ ਨਾਨਕ ਦੀ ਹੈ, ਇਹਨੂੰ ਅਸੀਂ ਕਿਸੇ ਵੀ ਬੈਂਕ ਨਾਲ ਨਹੀਂ ਜੋੜ ਸਕਦੇ। ਆਪਰੇਸ਼ਨ ਹੁੰਦਾ ਲੱਖ ਲੱਗਦਾ, 2 ਲੱਖ ਦਾ, 20 ਲੱਖ ਦਾ, ਚਾਹੇ ਉਹ ਬੰਦੇ ਨੂੰ ਕਿ ਇੱਕ ਵਾਰ ਜ਼ਿੰਦਗੀ ਦੇਣ ਦਾ ਪੂਰਾ ਫੁੱਲ ਮੌਕਾ ਕੱਢੋ। ਕਿਸੇ ਵੀ ਡਾਕਟਰ ਨਾਲ ਤੁਸੀਂ ਟਾਈ ਅਪ ਕਰੋ, ਜਿੰਨਾ ਉਹ ਪੈਸਾ ਮੰਗਦਾ ਬੰਦੇ ਨੂੰ ਠੀਕ ਕਰਨ ਦਾ, ਅਸੀਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਗੋਲਕ 'ਚ ਉਹਨੂੰ ਦੇਵਾਂਗੇ। ਉਹ ਗੱਲਾਂ ਛੱਡੋ, ਬਸ ਮੈਨੂੰ ਇੱਕ ਵਾਰ ਜਿੱਥੋਂ ਮਰਜ਼ੀ ਕਰਕੇ ਜਾਂ ਤਾਂ 3000 ਦੇ ਦਿਓ ਜਾਂ 30,000 ਦੇ ਦਿਓ। 3 ਲੱਖ ਲੈ ਕੇ ਤੁਸੀਂ ਜਿਹੜਾ ਵਾਪਸ ਕਿੰਨੇ ਲੱਖ ਕਰਦੇ? ਦੇਖੋ ਵਾਪਸ ਕਰਨ ਦੀ ਸਾਡੀ ਕਮਿਟਮੈਂਟ ਕਿਸੇ ਨਾਲ ਕੋਈ ਨਹੀਂ ਹੈ। ਹੁਣ ਤੁਸੀਂ ਖੁਦ ਕਿਸਾਨਾਂ ਕੋਲੇ ਜਾ ਸਕਦੇ ਹੋ, ਜੇ ਤੁਸੀਂ ਇੰਨੀ ਹਮਦਰਦੀ ਕਿਸਾਨਾਂ ਨਾਲ ਰੱਖਦੇ ਹੋ। ਕਿਸਾਨ ਤਾਂ ਥਾਂ ਤੇ ਧਰਨੇ ਲਾਈ ਬੈਠੇ ਨੇ, ਥਾਂ ਤੇ ਉਹਨਾਂ ਦੀਆਂ ਜਥੇਬੰਦੀਆਂ ਬੈਠੀਆਂ ਨੇ। ਤੁਸੀਂ ਕਿਸੇ ਪੋਲੀਟੀਸ਼ੀਅਨ ਤੋਂ ਘੱਟ ਹੋ, ਤੁਹਾਡੇ ਨਾਲ 10-10 ਗਨਮੈਨ ਨੇ। ਜਦੋਂ ਤੁਸੀਂ ਕਿਸੇ ਧਰਨੇ 'ਚ ਗਏ ਹੋ, ਤੁਹਾਨੂੰ ਤਾਂ ਉਦਾਂ ਹੀ ਰਸਤਾ ਛੱਡ ਦਿਓ। ਕਿਸਾਨਾਂ ਦਾ ਕੀ ਭਲਾ ਕਰ ਸਕਦੇ? ਬਸ ਮੈਂ ਜਿਹੜਾ ਵੀ ਕਿਸਾਨ ਮੈਨੂੰ 3 ਲੱਖ ਰੁਪਇਆ ਅੱਜ ਦਿੰਦਾ, 6 ਮਹੀਨੇ ਦੇ ਵਿੱਚ ਜੇ ਉਹਦੇ ਸਿਰ ਤੇ 50 ਲੱਖ ਦਾ ਕਰਜ਼ਾ ਤਾਂ ਮੈਂ ਉਤਾਰ ਸਕਦਾ। ਕਿਸਾਨ 3 ਲੱਖ ਤੁਹਾਨੂੰ ਜਿਹਦੇ ਸਿਰ ਤੇ ਕਰਜ਼ਾ, ਉਹ 3 ਲੱਖ ਤੁਹਾਨੂੰ ਲਿਆ ਕੇ ਦਊਗਾ ਕਿੱਥੋਂ? ਹਾਂ, ਉਹਦੀ ਸਿਰਦਰਦੀ ਮੇਰੀ ਨਹੀਂ ਹੈ। ਤੁਹਾਡੀ ਸਿਰਦਰਦੀ ਨਹੀਂ। ਤੁਸੀਂ 3 ਲੱਖ ਲੈ ਕੇ ਭੱਜ ਗਏ, ਫਿਰ ਕਿਸਾਨ ਕੀ ਕਰਦੇ ਹੋ? ਅੱਜ ਤੱਕ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਸਿਆਣਾ ਆਇਆ ਨਹੀਂ ਜਿਹੜਾ ਕਿਸਾਨਾਂ ਨੂੰ ਸਹੀ ਰਾਹ ਹੀ ਦਿਖਾ ਸਕੇ। ਉਹ ਇਸ ਕਰਕੇ ਨਹੀਂ ਬਾਬਾ ਜੀ ਆਇਆ, ਜਦੋਂ ਕੋਈ ਬੰਦਾ ਮੂਹਰੇ ਆਉਂਦਾ ਉਹਨੂੰ ਪਹਿਲਾਂ ਮਾਰ ਦਿੱਤਾ ਜਾਂਦਾ। ਮੈਨੂੰ ਵੀ ਮਾਰ ਦੇਣਗੇ ਇੱਕ ਦਿਨ। ਫਿਰ ਤੁਹਾਨੂੰ ਮਾਰਤਾ, ਲੋਕਾਂ ਦਾ ਤਾਂ ਪੈਸਾ ਵਗ ਜੂ ਨਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਹੋ ਸਕਦਾ ਤੁਹਾਡੀ ਪ੍ਰਬੰਧਕ ਕਮੇਟੀ ਹੋਈ ਤੁਹਾਨੂੰ ਲਾਲਚ ਦੇ ਵਿੱਚ ਆ ਕੇ ਮਾਰ ਦੇ। ਮੈਂ ਭੱਜਣ ਦੀ ਕੋਸ਼ਿਸ਼ ਕਰ ਸਕਦਾ। ਜਾਲੀ ਨੋਟ ਹੀ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਹੋਵੇ, ਉਹੀ ਕਰੰਸੀ ਮੋੜ ਦਿਓ ਨਾ ਲੋਕਾਂ ਨੂੰ, ਜਿਹੜੇ ਲੋਕ ਜਮ੍ਹਾਂ ਕਰਾਉ। ਇਹਨਾਂ ਨੇ ਆਪਣੀ ਜ਼ੁਬਾਨ ਨਾਲ ਇਹ ਗੱਲ ਕਹੀ ਆ ਕਿ ਜਿਹੜਾ ਇਹ ਕੰਮ ਅਸੀਂ ਕਰ ਰਹੇ ਹਾਂ, ਇਹ ਚਿੱਟ ਫੰਡ ਕੰਪਨੀਆਂ ਦੇ ਆਧਾਰ ਤੇ ਹੀ ਕਰ ਰਹੇ ਹਾਂ। ਸਾਨੂੰ ਦੇਦਾ ਹੋਊਗਾ ਜੀ 50,000। 50,000 ਦਿੱਤਾ ਬਾਬਾ? ਤਾਂ ਕਹਿੰਦਾ ਮੈਂ 27,000 ਦਿੰਦਾ, ਤੁਹਾਨੂੰ 50,000 ਕਿਉਂ ਦਿੱਤਾ? ਜੇਕਰ ਬਾਬਾ ਤੁਹਾਡੇ ਪੈਸੇ ਲੈ ਕੇ ਭੱਜ ਜਾਂਦਾ ਫਿਰ ਕੀ? ਭੱਜ ਜਾਂਦਾ ਫਿਰ ਸਾਡੇ ਪੈਸੇ, ਅਸੀਂ ਆਪੇ ਜ਼ਿੰਮੇਦਾਰ ਹਾਂ। ਅਸੀਂ ਦਿੰਨੇ ਬਾਬੇ ਨੂੰ, ਸਾਨੂੰ ਕੋਈ ਇਤਰਾਜ਼ ਨਹੀਂ। ਬਾਬਾ ਭੱਜਦਾ ਬੇਸ਼ੱਕ ਦੀ ਭੱਜ। ਲੋਕ ਤਾਂ ਪਹਿਲਾਂ ਹੀ ਦੁਖੀ ਨੇ, ਕਰਜ਼ੇ ਦੇ ਮਾਰੇ ਹੋਏ ਨੇ। ਤੁਸੀਂ ਕਹਿੰਦੇ ਹੋ ਸਾਨੂੰ ਕੋਈ ਇਤਰਾਜ਼ ਹੀ ਨਹੀਂ ਜੇ ਬਾਬਾ? ਇਤਰਾਜ਼ ਨਹੀਂ ਬਾਬਾ ਜੀ, ਸਾਡੇ ਬਾਬਾ ਸਾਡਾ, ਅਸੀਂ ਬਾਬੇ ਦੇ ਆ। ਤੁਸੀਂ ਕੰਮ ਛੱਡ ਕੇ ਆਪਦਾ ਸਾਰਾ ਕੁਝ ਛੱਡ ਕੇ ਉਰੇ ਆਏ ਹੋ, ਫਿਰ ਤੁਹਾਨੂੰ ਪੈਸੇ ਦਾ ਲਾਲਚ ਕਿਉਂ ਨਹੀਂ? ਲਾਲਚ ਜਦ ਕਿ ਕਿਸੇ ਨੇ ਕੋਈ ਤੇ ਲਾਲਚ ਦਿੱਤੇ ਆ ਗਿਆ। ਸਾਨੂੰ ਪੈਸੇ ਤਾਂ ਹੈ ਹੀ ਨਹੀਂ ਜੀ, ਪੈਸਾ ਕੀ ਕਰਨਾ? ਪੈਸਾ ਤਾਂ ਹੱਥਾਂ ਦੇ ਮੈਲ ਆ। ਬਾਬਾ ਜੀ ਸਾਡਾ, ਅਸੀਂ ਬਾਬਾ ਜੀ ਦੇ। ਕਿੰਨੇ ਪੈਸੇ ਦੀ? ਸਾਨੂੰ ਤਾਂ ਪਤਾ ਨਹੀਂ ਵੀਰ ਜੀ, ਕਿੰਨੇ ਰੁੱਗ ਭਰ ਕੇ ਦੇ ਦੇਣ ਸਾਨੂੰ। ਆਪਾਂ ਜਿਵੇਂ ਦਿੰਦੇ ਉਦਾਂ ਲੈ ਲਈਦੇ ਨੇ ਜੀ, ਨਾ ਗਿਣੇ ਨੇ ਤਾਂ ਨਾ ਗਿਣਨੇ ਆ ਜੀ। ਕਿੰਨੇ ਕੁ ਗੁਣਾ ਵੱਧ ਫਾਇਦਾ ਹੋ ਗਿਆ? ਮੈਨੂੰ ਘੱਟੋ ਘੱਟ 10 ਗੁਣਾ ਤੋਂ ਵੀ ਵੱਧ। ਕੱਲ ਦੋਸਤੋ, ਤੁਸੀਂ ਵੇਖ ਰਹੇ ਹੋ ਚੈਨਲ ਸੀਰਤ ਪੰਜਾਬ ਦੀ। ਸੀਰਤ ਪੰਜਾਬ ਦੀ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ, ਜਾਣੀ ਕਿ ਹਰਪ੍ਰੀਤ ਸਿੰਘ ਕਹਿਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਸ਼ਖਸ ਦੇ ਰੂਬਰੂ ਕਰ ਰਹੇ ਹਾਂ ਜਿਹੜਾ ਕਿ ਇੱਕ ਪਾਠੀ ਸਿੰਘ ਹੈ ਤੇ ਪਿੰਡ ਗਠਾਲੇ ਦੇ ਗੁਰਦੁਆਰਾ ਵਿੱਚ ਰਹਿੰਦਾ ਹੈ। ਰਵਿਦਾਸ ਭਗਤ ਦਾ ਗੁਰੂ ਘਰ ਹੈ, ਛੋਟਾ ਜਿਹਾ ਗੁਰੂ ਘਰ ਹੈ। ਉੱਥੇ ਰਹਿੰਦੇ ਹੋਏ ਇਹ ਪਾਠੀ ਸਿੰਘ ਲੋਕਾਂ ਦੀ ਲੱਖਾਂ ਕਰੋੜਾਂ ਰੁਪਏ ਦੀ ਮਦਦ ਕਰ ਰਿਹਾ। ਸਿੱਖ ਜਿਹੜੀਆਂ ਜਥੇਬੰਦੀਆਂ ਨੇ, ਸ਼੍ਰੋਮਣੀ ਕਮੇਟੀ ਹੈ ਜਿਹੜੀ, ਉਹ ਕਿਸੇ ਦੀ ਅਰਬਾਂ ਖਰਬਾਂ ਦਾ ਉਹਨਾਂ ਦਾ ਬਜਟ ਹੁੰਦਿਆਂ ਉਹ ਕਿਸੇ ਦੀ ਮਦਦ ਨਹੀਂ ਕਰ ਸਕਦੀ। ਇਸ ਗੁਰੂ ਘਰ ਦਾ ਕੋਈ ਵੱਡਾ ਬਜਟ ਨਹੀਂ, ਕੁਛ ਨਹੀਂ। ਇਹ ਸਿੰਘ ਜਿਹੜਾ ਲੋਕਾਂ ਦੀ ਲੱਖਾਂ ਕਰੋੜਾਂ ਦੀ ਮਦਦ ਕਰਦੇ ਆ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕਿਵੇਂ ਲੋਕਾਂ ਦੀ ਜਿਹੜੀ ਮਦਦ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਗੁਰਮੇਲ ਸਿੰਘ ਹੈ ਜੀ।
ਪਿੰਡ ਮੇਰਾ ਪੁਰਾਣਾ ਜ਼ਰੂਰ ਹੈ। ਇੱਥੇ ਦਾ ਮੈਂ ਤਕਰੀਬਨ 3 ਸਾਲ ਤੋਂ ਪਹਿਲਾਂ ਬਾਬਾ ਸੁੱਧਾ ਸਿੰਘ ਦੇ ਅਸਥਾਨ ਤੇ ਸੇਵਾ ਕਰਦੇ ਰਹੇ ਹਾਂ। ਉੱਥੇ 125 ਅਖੰਡ ਪਾਠਾਂ ਦੀ ਲੜੀ ਕੀਤੀ। ਉਸ ਤੋਂ ਉਪਰੰਤ ਉੱਥੇ ਚਲੋ ਕੋਈ ਹੁੰਦੀਆਂ ਨੇ ਗ੍ਰੰਥੀ ਸਿੰਘਾਂ ਦੀਆਂ ਇਸ ਤਰ੍ਹਾਂ ਡਿਊਟੀਆਂ ਬਦਲਦੀਆਂ ਰਹਿੰਦੀਆਂ ਨੇ। ਕਮੇਟੀ ਦੇ ਨਾਲ ਅਣਬਣ ਹੋਣ ਕਰਕੇ ਡਿਊਟੀ ਛੱਡੀ ਤੇ ਇਹ ਪਿੰਡ ਦੇ ਲੋਕਾਂ ਨੇ ਮੈਨੂੰ ਚੰਗਾ ਸਮਝਦਿਆਂ ਹੋਇਆਂ ਵੀ ਬੰਦਾ ਵਧੀਆ ਸਤਿਕਾਰਯੋਗ ਆ, ਸਤਿਗੁਰਾਂ ਦਾ ਸਤਿਕਾਰ ਕਰਦਾ। ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬੇਨਤੀ ਕੀਤੀ ਬਾਬਾ ਜੀ ਵੀ ਇਹ ਨਗਰ ਛੱਡ ਕੇ ਨਾ ਜਾਓ ਤੁਸੀਂ। ਅਸੀਂ ਇੱਥੇ ਗੁਰੂ ਘਰ ਦੇ ਵਿੱਚ ਆਏ, ਕੁਝ ਸਮਾਂ ਸੇਵਾ ਜਿਵੇਂ ਪਹਿਲਾਂ ਆਮ ਗ੍ਰੰਥੀ ਕਰਦੇ ਉਸ ਦਿਨ ਕਰਦੇ ਰਹੇ। ਸੰਗਤ ਨਾਲ ਵਿਚਾਰ ਕੀਤੀ ਵੀ ਬਾਬਾ ਜੀ ਆਪਾਂ ਇੱਥੇ ਇੱਕ ਭਗਤ ਰਵਿਦਾਸ ਮਹਾਰਾਜ ਦੇ ਨਾਂ ਤੇ 101 ਅਖੰਡ ਪਾਠਾਂ ਦੀ ਲੜੀ ਕਰ ਦਈਏ। ਮਨ ਵਿੱਚ ਵਿਚਾਰ ਆਇਆ ਤੇ ਇਹਨਾਂ ਨੇ ਵੀ ਮੇਰੀ ਗੱਲ ਨੂੰ ਨਾ ਕੀਤਾ ਨਾ ਹਾਂ ਕੀਤਾ। ਵਿਚਾਰ ਇੱਕੋ ਦਮ ਫੈਸਲਾ ਲੈ ਲਿਆ ਵੀ ਬਾਬਾ ਜੀ ਜਿਵੇਂ ਤੁਸੀਂ ਰਾਜੀ ਹੋ, ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ, ਕੁਛ ਵੀ ਕਰ ਸਕਦੇ ਹੋ। ਇੰਨਾ ਕਹਿ ਕੇ ਇਹਨਾਂ ਨੇ ਹਾਂ ਕਰਤੀ। ਪ੍ਰਧਾਨ ਜੀ ਨੇ, ਖਜ਼ਾਨਚੀ ਸਾਹਿਬ ਨੇ, ਜਿੰਨੇ ਕਿ ਮੈਂ ਜਾਣਦਾ, ਸਰਦਾਰ ਅਜੈਬ ਸਿੰਘ ਜੀ ਪ੍ਰਧਾਨ ਸਾਹਿਬ ਨੇ, ਇਹਨਾਂ ਨੇ ਸਾਰਿਆਂ ਨੇ ਜਦੋਂ हामी ਓਟ ਲਈ ਤੇ ਮੈਨੂੰ ਵੀ ਚਾਅ ਹੋ ਗਿਆ ਵੀ ਹੋ ਸਕਦਾ ਵੀ ਆਪਾਂ ਲੜੀ ਕਰ ਲਈਏ। ਮੈਂ ਸੰਗਤ ਦੇ ਨਾਲ ਇੱਕ ਦਿਨ ਬੇਨਤੀ ਕੀਤੀ ਵੀ ਸੰਗਤ ਜੀ ਆਪਾਂ ਇਸ ਸਥਾਨ ਤੇ ਭਗਤ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ 644ਵੇਂ ਅਖੰਡ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹਾਂ, ਲੜੀ ਕਰੀਏ। ਤੇ ਸੰਗਤਾਂ ਨੇ ਸੋਚਿਆ ਵੀ ਬਾਬਾ ਜੀ ਸਾਡਾ ਏਡਾ ਬਜਟ ਨਹੀਂ, ਲੜੀ ਤਕਰੀਬਨ ਘੱਟੋ ਘੱਟ 25 ਲੱਖ ਦੇ ਕਰੀਬ ਹੁੰਦੀ ਹੈ ਜਾ ਕੇ। ਮੈਂ ਫਿਰ ਇੱਕੋ ਬੇਨਤੀ ਕੀਤੀ ਵੀ ਜਿੰਨੇ ਵੀ ਨਗਰ ਦੇ ਲੋਕ ਨੇ, ਅਗਰ ਹਰ ਇੱਕ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੈਨੂੰ 1 ਰੁਪਏ ਦੇ ਹਿਸਾਬ ਦੇ ਨਾਲ 365 ਰੁਪਏ ਮਹੀਨੇ ਦੇ ਬਣਦੇ ਆ, ਸਾਲ ਦੇ ਬਣਦੇ ਆ, ਵੀ ਉਹ 365 ਰੁਪਏ ਸਾਲ ਦੇ ਹਿਸਾਬ ਨਾਲ 1 ਰੁਪਿਆ ਜੇ ਆਪਾਂ ਜੋੜੀਏ ਰੋਜ਼ਾਨਾ ਦਾ, ਵੀ 1 ਰੁਪਇਆ ਆਪਾਂ ਵੈਸੇ ਵੀ ਮੱਥਾ ਟੇਕਦੇ ਹਾਂ। ਜੇ ਤੁਸੀਂ ਇਕੱਠੇ ਟੇਕਦੇ ਹੋ ਵੀ ਮੈਂ ਅੱਜ ਤੋਂ ਪੂਰੇ ਸਾਲ ਭਰ ਦਾ ਮੱਥਾ ਟੇਕਤਾ, 365 ਮੈਨੂੰ ਕੱਲਾ ਜਾਣਾ ਦੇ ਜੋ। ਪਰ ਮੈਂ ਪਿੰਡ ਤੋਂ ਕਿਸੇ ਕੋਲੋਂ ਅਖੰਡ ਪਾਠ ਦੀ ਭੇਟਾ ਨਹੀਂ ਮੰਗਾਂਗਾ, ਉਸੇ ਪੈਸੇ ਦੇ ਨਾਲ ਹੀ ਲੜੀ ਸੰਪੂਰਨ ਕਰ ਦਿਆਂਗਾ। ਪਰ ਸਾਡੇ ਜਿਹੜੇ ਗਰੀਬ ਲੋਕ ਸੀ ਇਹਨਾਂ ਨੇ ਸਾਰਿਆਂ ਨੇ ਪੈਸੇ ਦੇ ਦਿੱਤੇ। ਸਾਨੂੰ ਤਕਰੀਬਨ 3 ਲੱਖ ਰੁਪਈਆ ਲੜੀ ਆਰੰਭ ਕਰ ਪਹਿਲਾਂ ਦੇ ਦਿੱਤਾ ਜੀ। ਉਹ 3 ਲੱਖ ਰੁਪਈਆ ਅਸੀਂ ਚੌ ਮੱਤਿਆਂ ਨੇ ਵੀ ਹੁਣ ਤਾਂ ਸਾਰਾ ਪਿੰਡ ਹੀ ਦਿਓ, ਇੱਦਾਂ ਹੀ ਹੋ ਜਾਂਦਾ ਨਾ, ਵਿਸ਼ਵਾਸ ਹੋ ਜਾਂਦਾ। ਮੈਂ ਚੌ ਦੇ ਵਿੱਚ ਅਸੀਂ ਲੈਟਰਨ, ਬਾਥਰੂਮ, ਪਾਠੀ ਸਿੰਘਾਂ ਦੀ ਰਿਹਾਇਸ਼, ਦਰਬਾਰ ਸਾਹਿਬ ਦੇ ਵਿੱਚ AC, ਟੋਟਲ ਰੰਗ ਕਰਾ ਕੇ, ਚਾਨਣੀਆਂ ਪੜਦੇ, ਜੋ ਕੁਛ ਸਾਨੂੰ ਪਹਿਲਾਂ ਚਾਹੀਦਾ ਸੀ ਉਹ ਅਸੀਂ ਸਾਰਾ ਉਹਦੀ ਖਰਚ ਦਿੱਤਾ। ਲੜੀ ਆਰੰਭ ਕਰਤੀ। ਲੜੀ ਆਰੰਭ ਕਰੀ ਜਦੋਂ ਕਿ 5 ਪਾਠਾਂ ਦੇ ਭੋਗ ਪਏ, 25,000 ਰੁਪਏ ਅਖੰਡ ਪਾਠ ਦੀ ਭੇਟਾ ਦੇਣੀ ਸੀ ਅਸੀਂ 5 ਪਾਠੀਆਂ ਦੀ, 5,000 ਦੇ ਹਿਸਾਬ ਨਾਲ। ਤੇ ਜਦੋਂ ਮੈਂ ਪ੍ਰਧਾਨ ਸਾਹਿਬ ਨੂੰ ਪੁੱਛਿਆ, ਪ੍ਰਧਾਨ ਸਾਹਿਬ ਕਹਿੰਦਾ ਬਾਬਾ ਜੀ ਮੇਰੇ ਕੋਲ ਪੈਸਾ ਨਹੀਂ। ਖਜ਼ਾਨਚੀ ਸਾਹਿਬ ਨੂੰ ਪੁੱਛਿਆ, ਕਹਿੰਦਾ ਜੀ ਮੇਰੇ ਕੋਲ ਕੋਈ ਪੈਸਾ ਨਹੀਂ। ਅਜੈਬ ਸਿੰਘ ਨੂੰ ਪੁੱਛਿਆ, ਕਹਿੰਦੇ ਮੇਰੇ ਕੋਲ ਕੋਈ ਪੈਸਾ ਨਹੀਂ। ਮੈਂ ਸੋਚਿਆ, ਮੈਂ ਕਿਹਾ ਬਾਬਾ ਜੀ ਅਗਰ ਆਪਣੇ ਕੋਲ ਪੈਸਾ ਨਹੀਂ, ਪਹਿਲੇ 5 ਅਖੰਡ ਪਾਠ ਨੇ 101 ਕਰਨੇ ਆ, ਬਾਕੀ ਅਖੰਡ ਪਾਠ ਲੰਗਰ ਦੀ ਮਰਿਆਦਾ ਉਹ ਕਿੱਥੋਂ ਪੂਰੀ ਕਰਾਂਗੇ, ਨਹੀਂ ਹੋਣੀ ਆਪਾਂ ਤੋਂ। ਪਰ ਇਹ ਗੱਲ ਦੇਖਦੇ ਹਾਂ, ਅਸੀਂ ਵਿਚਾਰ ਕੀਤੇ ਵੀ ਆਪਾਂ 4-5 ਜਣੇ ਇਕੱਠੇ ਹੋ ਕੇ ਰਲ ਕੇ ਲੱਖ ਰੁਪਏ ਦਾ ਪ੍ਰਬੰਧ ਕਰੀਏ। ਕਰਨਾ ਪਊ। ਜਦੋਂ ਸੰਗਤ ਨਾਲ ਕਮੈਂਟਮੈਂਟ ਕੀਤੇ ਵੀ 101 ਅਖੰਡ ਪਾਠ ਭਗਤ ਰਵਿਦਾਸ ਦੇ ਨਾਂ 'ਤੇ ਹੋਣਾ, ਅਸੀਂ ਵਿਚਾਰ ਕੀਤੇ, ਕਹਿੰਦੇ ਵੀ ਚਲੋ ਅਸੀਂ ਤਾਂ ਲੈ ਆਵਾਂਗੇ, ਪਰ ਤੁਸੀਂ, ਮੈਂ ਕਿਹਾ ਵੀ ਮੇਰੇ ਕੋਲ ਸਕੂਟਰੀ ਵੀ ਖੜੀ ਆ, ਇੱਕ 40,000 ਦੀ ਮੇਰੇ ਕੋਲ ਗੱਡੀ, ਆਪਾਂ ਮੈਨੂੰ ਪਰਵਾਹ ਨਹੀਂ, ਫਿਰ ਵੀ ਬਣ ਜਾਣਗੀਆਂ, ਇਹ ਆਪ ਹੀ ਬਣ ਜਾਣਗੇ। ਸੰਗਤ ਨੂੰ ਪਤਾ ਲੱਗੇ ਬਾਬਾ ਜੀ ਨੇ ਸਾਡੀ ਖਾਤਰ ਇਹ ਕੁਛ ਕੀਤਾ, ਮੈਨੂੰ ਤਾਂ ਨਵੀਆਂ ਦਿਆ ਕਰੋਗੇ ਤੁਸੀਂ। ਮੈਂ ਇੱਦਾਂ ਕਹਿ ਕੇ ਇਹਨਾਂ ਨੇ ਹਾਸੇ 'ਚ ਗੱਲ ਪਾ ਲਈ। ਇਹ ਕਹਿੰਦੇ ਬਾਬਾ ਜੀ ਹੱਸਣ ਦੀ ਗੱਲ ਨਹੀਂ ਹੈ। ਤੜਕੇ ਉਹਨਾਂ ਨੂੰ ਜੇ ਭੇਟਾ ਨਾ ਦਿੱਤੀ ਪਾਠੀਆਂ ਨੂੰ, ਪਾਠੀ ਆਪਣੇ ਪਹਿਲੇ ਦਿਨ ਹੀ ਜਲੂਸ ਕੱਢ ਦੇਣਗੇ ਪਾਠੀਆਂ ਦਾ। ਤਾਂ ਫਿਰ ਉਹ ਅਗਲਾ ਕਹਿੰਦਾ ਵੀ ਸਾਤੋਂ ਕਿਰਾਏ ਕਿਉਂ ਪਾਠ ਜਦੋਂ ਪੈਸੇ ਨਹੀਂ ਦੇ ਸਕਦੇ। ਅਸੀਂ ਬੈਠੇ ਇੱਕ ਆਪਣੇ ਖਜ਼ਾਨਚੀ ਸਾਹਿਬ ਨੇ, ਹਾਕਮ ਸਿੰਘ ਜੀ, ਉਹਨਾਂ ਨੂੰ ਮੈਂ ਇੱਕ ਪਲਾਨ ਸਮਝਾਇਆ। ਮੈਂ ਕਿਹਾ ਬਾਬਾ ਜੀ ਮੈਂ ਨਾ ਇਹਦੇ ਉੱਤੇ 8 ਸਾਲ ਰਿਸਰਚ ਕੀਤੀ ਆ ਵੀ ਇਹ ਸਿਸਟਮ ਇੰਨਾ ਕੁ ਵਧੀਆ ਕਮੇਟੀ ਸਿਸਟਮ ਆ। ਇੱਕ ਤਾਂ ਹੁੰਦੀ ਆ ਮਹੀਨੇ ਬਾਅਦ ਕਮੇਟੀ, ਇੱਕ ਡੇਲੀ ਕਮੇਟੀ ਹੁੰਦੀ ਆ ਵੀ ਆਪਾਂ ਕਮੇਟੀ ਪਾ ਲੈਂਦੇ ਹਾਂ ਸਾਰੇ ਜਣੇ। ਇਹਦੇ ਵਿੱਚੋਂ ਨਾਲ ਤਾਂ ਸੋਨੂੰ 1000 ਰੁਪਏ ਬਣੀ ਜਾਊਗਾ, ਨਾਲੇ 1000 ਰੁਪਏ ਆਪਣੀ ਗੋਲ ਕਨਾਉਣ ਲੱਗ ਜੂ, ਆਪਣਾ ਕੰਮ ਚੱਲ ਜੂ। ਮੈਂ ਪਲਾਨ ਬਣਾ ਕੇ ਸਾਰਾ ਕੁਝ ਇਹਨਾਂ ਨੂੰ ਦੱਸਿਆ। ਇਹ ਕਹਿੰਦੇ ਵੀ ਬਾਬਾ ਯਾਰ ਇਹ ਗੁਰੂ ਘਰ ਲਈ ਠੀਕ ਨਹੀਂ। ਮੈਂ ਕਿਹਾ ਆਪਾਂ ਤਾਂ ਫਸੇ ਹੋਏ ਨਾ, ਮੈਨੂੰ ਵੀ ਪਤਾ ਵੀ ਗੁਰੂ ਘਰ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਪਰ ਬਟ ਇਹ ਕਮੇਟੀ ਇੱਕ ਨਗਰ ਦੀ ਹੈ, ਇਹਦੇ ਵਿੱਚ ਬਾਹਰਲਾ ਬੰਦਾ ਕੋਈ ਹੋਏ ਨੂੰ ਆਪਣੇ ਪਿੰਡ ਦੀ ਮਾਇਆ, ਵਿਹੜੇ ਵਾਲੇ ਜਿੰਨੇ ਕੁ ਆਪਾਂ ਹੈਗੇ ਆ ਰਾਸੀ ਭਾਈਚਾਰਾ ਨਾ, ਵੀ ਇਹਨੂੰ ਚਲਾ ਲਾਂਗੇ। ਚਲੋ ਕਰਦੇ ਅਸੀਂ ਤਕਰੀਬਨ 27 ਤਰੀਕ ਨੂੰ ਮੀਟਿੰਗ ਕੀਤੀ ਸੀ ਜੀ। ਇਹ 28 ਤਰੀਕ ਨੂੰ ਜਿੰਨੇ ਰਾਤ ਨੂੰ ਸੇਵਾਦਾਰ ਆਏ, 25,000 ਰੁਪਏ ਇਹਨਾਂ ਨੇ ਕਿੱਥੋਂ ਲਿਆ ਕੇ ਦਿੱਤਾ ਮੈਨੂੰ ਨਹੀਂ ਪਤਾ, ਇੱਕ ਵਾਰ ਭੇਟਾ ਦੇਤੀ। ਉਦੋਂ ਗਾਹਾਂ ਨਾਲ ਸਾਡਾ ਪਲਾਨਿੰਗ ਹੋ ਗਿਆ ਵੀ ਆਪਾਂ ਹੁਣ ਕੋਤਰੀ ਤਾਂ ਸਿਰੇ ਚਾੜ੍ਹਨੀ ਪਊ। ਇਹਨਾਂ ਨੇ 25,000 ਤੁਹਾਨੂੰ ਦੇਤਾ, ਤੁਸੀਂ ਆਪਦੀ ਸਕੂਟਰੀ ਵੇਚਤੀ, ਆਪਦੀ ਗੱਡੀ ਵੇਚਤੀ,
ਅੱਛਾ ਕੁਝ ਨਹੀਂ ਵੇਚਿਆ, ਠੀਕ ਹੈ, ਸਲਾਹ ਸੀ 2-4 ਲੱਖ ਦਾ ਕਿਸੇ ਨਾ ਕਿਸੇ ਪਾਸਿਓਂ ਪ੍ਰਬੰਧ ਕਰ ਲਿਆ। ਜਿਹੜਾ ਬੰਦਾ 2-4 ਲੱਖ ਦਾ ਪ੍ਰਬੰਧ ਕਰਨ ਲਈ 5-7 ਬੰਦਿਆਂ ਦੀ ਮਦਦ ਲੈ ਰਿਹਾ, ਉਹ ਬੰਦਾ ਅੱਜ ਲੋਕਾਂ ਨੂੰ ਲੱਖਾਂ ਰੁਪਈਆ ਬਿਨਾਂ ਕਿਸੇ ਗੱਲੋਂ ਵੰਡ ਰਿਹਾ, ਉਹ ਕਿੱਥੋਂ ਆ ਰਿਹਾ ਪੈਸਾ? ਹਾਂ ਉਹ ਸੁਣੋ ਜੀ, ਆ ਕਿੱਥੋਂ ਰਿਹਾ ਉਹ ਪੈਸਾ? ਸੰਗਤ ਦੀ ਹੈ ਜੀ। ਅਸੀਂ ਇਹ 3000 ਵਾਲੀ ਕਮੇਟੀ ਪਾਈ ਸੀ, ਜਿਹਦੇ ਵਿੱਚ ਅਸੀਂ ਇੱਕ ਬੰਦੇ ਨੂੰ ਤਕਰੀਬਨ 1000 ਰੁਪਈਆ ਡੇਲੀ ਵਾਪਸ ਕਰਨ ਦੀ ਇੱਛਾ ਰੱਖਦੇ ਹਾਂ। ਸਿਸਟਮ ਹੈ ਇਹ ਕੁਦਰਤੀ, ਇਹਦੇ ਵਿੱਚ ਪਲਾਨ ਦੇ ਵਿੱਚ ਹੈਗਾ ਸਾਰਾ ਕੁਝ, ਹੈ ਤਾਂ ਚਿੱਟ ਫੰਡ ਕੰਪਨੀ ਵਾਲਾ ਕੰਮ ਹੀ ਆ। ਪਰ ਅਸੀਂ ਪਹਿਲਾਂ ਤਾਂ ਸਿਰਫ ਕੋਤਰੀ ਦੇ ਸੰਬੰਧੀ ਤੋਰਿਆ ਸੀ। ਜਦੋਂ ਕਿ ਇੰਨਾ ਕੁ ਖੁੱਲ੍ਹ ਗਿਆ, ਸਾਡੇ ਕੋਲ ਪੈਸਾ ਵਧੀਆ ਆਉਣ ਲੱਗ ਗਿਆ, ਲੰਗਰ ਵਧੀਆ ਚੱਲ ਪਿਆ, ਜਨਰੇਟਰ ਵਗੈਰਾ ਸਾਰਾ ਕੁਝ ਨਵਾਂ, ਸਾਡੇ ਕੋਲ ਪੈਸਾ ਆਮ ਹੋ ਗਿਆ ਜੀ। ਕਿਉਂ ਸੰਗਤ ਸਾਰੀ ਜਿਹਨੂੰ 1000 ਰੁਪਏ ਰੋਜ਼ ਬਣ ਲੱਗ ਜਾਵੇ ਭਾਜੀ। ਹੁਣ ਜਿਹੜੀ ਸਾਡੇ ਕੋਲ ਸੰਗਤ ਹੁੰਦੀ ਸੀ, ਅਸੀਂ ਪ੍ਰਸ਼ਾਦਾ ਛਕਣ, ਨਾਲ ਤਾਂ ਪ੍ਰਸ਼ਾਦਾ ਛਕ ਕੇ ਜਾਂਦੇ ਸੀ, ਨਾਲ 1000 ਰੁਪਏ ਅਸੀਂ ਡੇਲੀ ਤੁਰਦੇ ਆ। ਹੁਣ ਜਦੋਂ ਇੱਕ ਬੰਦਾ ਪ੍ਰਸ਼ਾਦਾ ਛਕਣ ਤੋਂ ਬਾਅਦ 1000 ਰੁਪਏ ਵੀ ਲੈ ਜਾਣ ਲੱਗ ਜੇ, ਚੌ ਨਹੀਂ ਹੋ ਜਾਊਗਾ ਜੀ। ਉਹਨਾਂ ਲੋਕਾਂ ਨੇ ਕੀ ਕੀਤਾ, ਆਪਣੇ ਰਿਸ਼ਤੇਦਾਰਾਂ 'ਚ ਫੋਨ ਕਰਤਾ ਵੀ ਸਾਡੇ ਪਿੰਡ ਇੱਕ ਬਾਬਾ ਆਇਆ, ਉਹਨੇ ਕੋਈ ਕਮੇਟੀ ਪਾਈ ਹੈ, 3000 ਲੈਂਦਾ, ਉਹ 3000 ਕਈ ਦਿਨਾਂ ਬਾਅਦ ਵਾਪਸ ਕਰ ਦਿੰਦਾ, ਜਿੰਨਾ ਲੈਤਾ ਉਹਨੇ ਹੀ ਵਾਪਸ ਕਰ ਦਿੰਦਾ। ਤੇ ਨਾਲੇ ਉਹ ਕਰਦਾ ਕੀ ਹੈ ਵੀ ਹਰ ਇੱਕ ਨੂੰ 1000 ਰੁਪਏ ਦਿੰਦਾ, ਜਿਹੜਾ ਬੰਦਾ 3000 ਦਿੰਦਾ। ਕਿੰਨੇ ਦਿਨ ਦਿੰਦੇ ਹੋ ਜੀ 1000 ਰੁਪਏ? ਅੱਜ ਤਾਂ ਉਧਰ ਹੀ ਚੱਲੀ ਜਾਂਦੇ ਜਿੱਦਾਂ ਤੋਂ ਸ਼ੁਰੂ ਹੋਇਆ ਜੀ। 3000 ਲੈ ਕੇ ਅਗਲੇ ਨੂੰ ਮੋੜ ਕਿੰਨੇ ਦਿੰਦੇ ਹੋ? ਤਕਰੀਬਨ 27000 ਰੁਪਏ ਮੋੜ ਦਿੰਦੇ ਆ ਜੀ। 27000 ਇਹ 27000 ਕਿਤੇ ਇਹ ਬਾਬਾ ਨੋਟਾਂ ਦੀ ਮਸ਼ੀਨ ਤਾਂ ਨਹੀਂ ਲਾਈ ਬੈਠਾ ਕਿਤੇ? ਹਾਂ ਮਸ਼ੀਨ ਹੈਗੀ ਹੈ ਬਾਬਾ ਜੀ, ਮੈਂ ਦਿਖਾ ਨਹੀਂ ਸਕਦਾ ਉਹ। ਪਤਾ ਕਿਉਂ ਨਹੀਂ ਦਿਖਾਉਂਦਾ? ਸਾਡੇ ਲੋਕਾਂ ਦੀ ਆਦਤ ਆ ਵੀ ਜਿਹੜੀ ਚੀਜ਼ ਦਿਖ ਜੇ, ਜਿੰਨਾ ਚਿਰ ਉਹਨੂੰ ਖਰਾਬ ਨਹੀਂ ਕਰਦੇ ਉਹਨਾਂ ਚਿਰ ਉਹ ਤੁਸੀਂ ਪਾਸੇ ਨਹੀਂ ਹੁੰਦੇ। ਮੈਂ ਚਾਹੁੰਦਾ ਵੀ ਇਹ ਮਸ਼ੀਨ ਇਸ ਤਰ੍ਹਾਂ ਬਣੀ ਰਹੇ, ਇਹ ਚੱਲਦੀ ਰਹੇ। ਤੇ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰ ਇਹ ਚੀਜ਼ਾਂ ਨਹੀਂ ਕਰ ਸਕੀ, ਵੈਸੇ ਮੈਂ ਸਰਕਾਰ ਨਾਲ ਮੇਰਾ ਕੋਈ ਮਤਲਬ ਨਹੀਂ ਹੈਗਾ ਕਿ ਉਹਨਾਂ ਦੀ ਥਿਓਰੀ ਉਹ ਕਿਸੇ ਨੂੰ ਕੁਝ ਦੇਣ ਨਾ ਦੇਣ, ਸਰਕਾਰ ਨਾਲ ਇਹ ਚੀਜ਼ ਦਾ ਮੇਰਾ ਕੋਈ ਸੰਬੰਧ ਨਹੀਂ। ਮੈਂ ਤਾਂ ਸਿਰਫ ਹੁਣ ਇਹ ਚੀਜ਼ ਰੱਖੀ ਵੀ ਹੈ ਵੀ ਜਿਹੜਾ ਬੰਦਾ ਸਾਨੂੰ 3000 ਰੁਪਏ ਦਿੰਦਾ ਇੱਕ ਵਾਰ, ਉਹਦੇ ਨਾਂ ਤੇ ਇੱਕ ਤਾਂ ਅਖੰਡ ਪਾਠ ਸਾਹਿਬ ਹੋਊਗਾ ਜੀ, ਹੋਊਗਾ ਹੀ ਹੋਊਗਾ। ਸਮਾਂ ਲੱਗੇ ਕਿਦੋਂ ਲੱਗੇ ਉਹ ਗੱਲ ਵੱਖਰੀ ਹੈ। ਉਹ ਅਖੰਡ ਪਾਠ ਤੋਂ ਬਾਅਦ ਉਹਦੇ ਨਾਂ ਤੇ ਲੰਗਰ ਵੀ ਚੱਲੂਗਾ 3 ਦਿਨ ਲਗਾਤਾਰ। ਜਦੋਂ ਅਖੰਡ ਪਾਠ ਉਹਦਾ ਗਾ, ਲੰਗਰ ਵੀ ਉਹਦਾ, ਪਰ ਉਹਦੇ ਨਾਲ ਉਹਨੂੰ ਮਾਇਆ ਦਾ ਲੰਗਰ ਵੀ ਵਰਤਾਇਆ ਜਾਊ। ਕਿੰਨਾ ਚਿਰ ਵਰਤਾਇਆ ਜਾਊ? ਜਿੰਨਾ ਚਿਰ ਮੈਂ ਜਿਉਂਦਾ ਬੈਠਾ। ਜਿੰਨਾ ਚਿਰ ਮੈਂ ਜਿਉਂਦਾ ਨਾ, ਉਹਨਾਂ ਚਿਰ ਲੰਗਰ ਮਾਇਆ ਦਾ ਵੀ ਵਰਤਦਾ ਰਹੂ, ਪ੍ਰਸ਼ਾਦੇ ਪਾਣੀ ਦਾ ਵੀ ਵਰਤਦਾ ਰਹੂ। ਤੁਸੀਂ ਕਿਹਾ ਜਿਉਂਦਾ ਬੈਠਾ ਜਿੰਨਾ ਚਿਰ ਮੈਂ ਇੱਥੇ ਤੁਸੀਂ ਬੈਠੇ ਹੋ। ਤੁਸੀਂ ਦੱਸਿਆ ਮੇਰਾ ਪੁਰਾਣਾ ਪਿੰਡ ਹੈ ਜਿਹੜਾ ਜਲੂਰ ਹੈ, ਇਹ ਗਠਾਲਾ ਪਿੰਡ ਹੈ ਜਿਹੜਾ ਇਹ ਗਠਾਲਾ ਸੰਗਰੂਰ ਦੇ ਵਿੱਚ ਪੈਂਦਾ। ਇਸ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ, ਇਸ ਗੁਰੂ ਘਰ ਦੇ ਕਮੇਟੀ ਦੇ ਮੈਂਬਰ ਨੇ, ਪ੍ਰਧਾਨ ਨੇ ਜਾਂ ਪਿੰਡ ਵਾਸੀ ਨੇ, ਤੁਸੀਂ ਕਿਹਾ ਜਿੰਨਾ ਚਿਰ ਮੈਂ ਜਿਉਂਦਾ ਬੈਠਾ ਉਹਨਾਂ ਚਿਰ ਲੋਕਾਂ ਦੇ ਪੈਸੇ ਮੈਂ ਦਿੰਦਾ ਰਹੂੰਗਾ। ਪਰ ਜੇ ਇਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਜਾਂ ਪ੍ਰਧਾਨਾਂ ਨੇ ਇਹ ਪੈਸੇ ਨੂੰ ਦੇਖ ਕੇ ਇਹਦੇ ਲਾਲਚ ਕਰਕੇ ਜੇ ਤੁਹਾਨੂੰ ਮਾਰਤਾ, ਫਿਰ ਲੋਕਾਂ ਦਾ ਤਾਂ ਲੱਖਾਂ ਰੁਪਈਆ ਡੁੱਬ ਜੂਗਾ ਨਾ। ਡੁੱਬਦਾ ਨਹੀਂ ਮਹਾਰਾਜ, ਉਹ ਵੀ ਸੁਣੋ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਮਾਇਆ ਇਹ ਨਾ ਤਾਂ ਪ੍ਰਧਾਨ ਦੇ ਨਾਂ ਦਾ ਕਿਸੇ ਦੇ, ਨਾ ਇਹ ਗ੍ਰੰਥੀ ਦੇ ਨਾਂ 'ਤੇ ਹੈ। ਜਿੰਨਾ ਚਿਰ ਦੇਖੋ ਗੁਰਦੁਆਰਾ ਤਾਂ ਬੰਦ ਨਹੀਂ ਕਰ ਸਕਦਾ ਕੋਈ, ਗੁਰਦੁਆਰੇ ਦੀ ਮੈਨੇਜਮੈਂਟ ਨਹੀਂ ਬੰਦ ਹੁੰਦੀ, ਨਹੀਂ ਹੁੰਦੀ ਨਾ, ਪ੍ਰਬੰਧਕ ਤਾਂ ਕੋਈ ਨਾ ਕੋਈ ਚਲਾਊਗਾ। ਪਰ ਇਹ ਸਿਸਟਮ ਅਸੀਂ ਇਹਨੂੰ ਆਨਲਾਈਨ ਕਰਨਾ ਚਾਹੁੰਦੇ ਹਾਂ ਵੀ ਬੰਦਾ ਜਿੱਥੋਂ ਦਾ ਮਰਜ਼ੀ ਹੋਵੇ, ਜਿੱਥੋਂ ਜੀ ਕਰਦਾ ਮੇਰੇ ਅਕਾਊਂਟ 'ਚ ਪੇਮੈਂਟ ਪਾਵੇ। ਜਦੋਂ ਉਹਦੀ ਮੇਰੇ ਅਕਾਊਂਟ 'ਚ ਪੇਮੈਂਟ ਆਉਂਦੀ ਹੈ, ਜਿਹੜਾ ਮੇਰਾ ਸਿਸਟਮ ਹੈ ਇਹਨੂੰ ਮੈਂ ਬਿਨਾਂ ਮੁਲਾਜ਼ਮਾਂ ਤੋਂ ਕਰਨਾ ਚਾਹੁੰਦਾ, ਆਟੋਮੈਟਿਕ। ਜਿਹੜੇ ਬੰਦੇ ਦੀ ਐਂਟਰੀ ਲੱਗ ਗਈ, ਅਗਲੇ ਨੇ 3000 'ਚ 3 ਲੱਖ 'ਚ ਅਖੰਡ ਪਾਠ ਕਰਵਾਤਾ ਨਾ, ਉਹਦੀ ਅਖੰਡ ਪਾਠ ਦੀ ਭੇਟ ਆ ਗਈ ਆਪਣੇ ਕੋਲ, ਉਹ ਅਖੰਡ ਪਾਠ ਦੇ ਥਰੂ ਹੀ ਆਊਗੀ, ਉੱਦਾਂ ਹੋਰ ਨਹੀਂ ਆਉਂਦੀ ਕਿਸੇ। ਹਾਂ ਕੋਈ ਵੈਸੇ ਨਹੀਂ ਪਰ ਇਹਦੇ ਚਲੋ ਦੇਖੋ ਕਹਿਣ ਵਾਲੇ ਦਾ ਤਾਂ ਫਰਜ਼ ਬਣਦਾ ਹੀ ਹੈ। ਹਾਲਾਂ ਕਹਿੰਦਾ ਬਾਬਾ ਤੂੰ ਚਿੱਟ ਫੰਡ ਕੰਪਨੀ ਵਾਂਗੂ ਕੰਮ ਕਰਦਾ, ਇਹ 2 ਨੰਬਰ ਦਾ ਕੰਮ ਹੈ, ਗੁਰੂ ਘਰ ਨਾਲ ਇਹਨਾਂ ਕੋਈ ਸੰਬੰਧ ਨਹੀਂ ਹੈਗਾ। ਫੰਡ ਵਾਲੀ ਕੰਪਨੀ ਤੋਂ ਮੈਂ ਵੀ ਦੁਬਾਰਾ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ। ਤੁਸੀਂ ਕਹਿ ਰਹੇ ਹੋ ਸੰਗਤ ਦਾ ਪੈਸਾ ਆ ਰਿਹਾ, ਸ਼੍ਰੋਮਣੀ ਕਮੇਟੀ ਆ, ਸ਼੍ਰੋਮਣੀ ਕਮੇਟੀ ਕੋਲੇ ਕੋਈ ਹਿਸਾਬ ਨਹੀਂ, ਇੰਨਾ ਪੈਸਾ ਆਉਂਦਾ ਸੰਗਤ ਦਾ। ਤੁਸੀਂ ਤਾਂ ਫਿਰ ਵੀ ਇੱਕ ਹਿਸਾਬ ਰੱਖਦੇ ਹੋ, ਤੁਹਾਡੇ ਕੋਲੇ 3000 ਜਮ੍ਹਾਂ ਕਰਕੇ ਜਾਂਦਾ, ਕੋਈ ਉਹਦਾ ਹਿਸਾਬ ਰੱਖਦੇ ਹੋ, ਲੇਖਾ ਜੋਖਾ ਰੱਖਦੇ ਹੋ। ਸ਼੍ਰੋਮਣੀ ਕਮੇਟੀ ਦੇ ਗੱਲੇ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਪੈਂਦਾ, ਜਿਹਦਾ ਕੋਈ ਵੀ ਹਿਸਾਬ ਨਹੀਂ। ਉਹਨਾਂ ਕੋਲੇ ਗਰੀਬਾਂ ਦੀ ਮਦਦ ਕਰਨ ਲਈ ਕੋਈ ਪੈਸਾ ਨਹੀਂ। ਫਿਰ ਤੁਹਾਨੂੰ ਤਾਂ ਸਿਰਫ ਲੋਕ 3000 30000 ਰੁਪਈਆ ਦੇ ਕੇ ਜਾਂਦੇ ਨੇ। ਇਹ ਪੈਸੇ ਤੁਹਾਡੇ ਕਿੰਨਾ ਕੁ ਚਿਰ ਚੱਲਣਗੇ? ਕਦੇ ਨਾ ਕਦੇ ਤਾਂ ਮੁੱਕ ਹੀ ਜਾਣਗੇ। ਮੁਕਾ ਨਹੀਂ ਸਕਦਾ ਜੀ, ਪੂਰਾ ਵਰਲਡ ਨਹੀਂ ਮੁਕਾ ਸਕਦਾ। ਪੂਰਾ ਵਰਲਡ ਕਿ ਪੂਰਾ ਦੇਸ਼, ਜੇ ਬਾਹਰਲੀਆਂ ਕੰਟਰੀਆਂ ਵੀ ਮੇਰੇ ਨਾਲ ਕਿਤੇ ਟਾਈ ਅਪ ਕਰ ਲੈਣ, ਮੈਂ ਇੱਕ ਦਿਨ ਇੰਨੀ ਕੁ ਹਸਤੀ ਰੱਖਦਾ ਜੇ ਕਿਤੇ ਮੇਰੇ ਮੁਤਾਬਕ ਚੱਲਣ, ਮੈਂ ਬਾਹਰਲੇ ਦੇਸ਼ ਨੂੰ ਵੀ ਭਗਤ ਵਿਰਾਸਤ ਦੇ ਨਾਂ 'ਤੇ ਕਰ ਸਕਦਾ, ਸਾਰੇ ਦੇਸ਼ ਨੂੰ। ਹੁਣ ਮੇਰੀ ਇੱਛਾ ਵੀ ਜਿੰਨੀ ਪੰਜਾਬ ਦੀ ਧਰਤੀ ਹੈ, ਹਰਿਆਣੇ ਦੀ ਧਰਤੀ ਹੈ, ਜਿੱਥੋਂ ਤੱਕ ਕੋਈ ਬੰਦਾ ਵੱਸਦਾ, ਜਿਹੜੀ ਧਰਤੀ ਦੇ ਹਰ ਇੱਕ ਬੰਦਾ ਕਹਿੰਦਾ ਮੇਰੇ ਨਾਂ ਹੈ ਨਾ, ਮੈਂ ਉਹਨਾਂ ਨੂੰ ਇੰਨੇ ਕੁ ਸੁੱਖ ਦੇ ਕੇ ਜ਼ਮੀਨ ਭਗਤ ਰਵਿਦਾਸ ਦੇ ਨਾਂ 'ਤੇ ਕਰਵਾ ਸਕਦਾ, ਸਾਰੀ ਦੀ ਸਾਰੀ ਧਰਤੀ।
ਇਹ ਗੱਲਾਂ ਸਾਰੀਆਂ ਛੱਡ ਕੇ ਚਲੋ ਤੁਸੀਂ ਇੱਕ ਪਾਲਿਸੀ ਚਲਾ ਰਹੇ ਹੋ, ਇੱਕ ਪਲੈਨਿੰਗ ਆ ਤੁਹਾਡੀ ਇਹ ਬਈ ਤੁਸੀਂ ਕਮੇਟੀ ਦੇ ਟਾਈਪ ਜਾਂ ਇੱਕ ਕਿਸੇ ਪਾਲਿਸੀ ਦੇ ਜਿਵੇਂ ਚਿੱਟ ਫੰਡ ਕੰਪਨੀਆਂ ਕਰਦੀਆਂ ਨੇ ਉਸ ਤਰੀਕੇ ਨਾਲ ਲੋਕਾਂ ਨੂੰ ਪੈਸਾ ਦਿੰਦੇ ਹੋ। ਤੁਸੀਂ ਹੁਣ ਮੇਰੇ ਕੋਲੇ ਕਿਹਾਗਾ ਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ ਨੇ ਮੈਂ ਉਹਨਾਂ ਦਾ ਨਾਮ ਵੀ ਭਗਤ ਰਵਿਦਾਸ ਦੇ ਨਾਂ ਤੇ ਕਰ ਸਕਦਾ, ਜੋੜ ਸਕਦਾ ਉਹਨਾਂ ਦਾ, ਲੋਕਾਂ ਨੂੰ ਜੋੜ ਸਹਿਮਤ ਨੇ ਜੀ, ਜੇ ਲੋਕ ਤੁਹਾਡੇ ਨਾਲ ਸਹਿਮਤ ਨੇ। ਸਹਿਮਤ ਹੋ ਜਾਣ। ਹੁਣ ਗੱਲ ਇਹ ਹੈ ਕਿ ਕਿਸਾਨ ਇਸ ਸਮੇਂ ਬੜੀ ਵਿਪਤਾ ਦੇ ਵਿੱਚ ਜੂਝ ਰਹੇ ਨੇ, ਜਿਹੜਾ ਮੋਦੀ ਨਾਲ ਲੋਕਾਂ ਦੇ ਖਿਲਾਫ ਧਰਨੇ, ਮੋਦੀ ਦੇ ਖਿਲਾਫ ਧਰਨੇ ਲਾ ਰਹੇ ਨੇ ਲੋਕ, ਟੋਲ ਪਲਾਜ਼ੇ ਬੰਦ ਕਰਦੇ ਨੇ, ਰਿਲਾਇੰਸ ਪੰਪ ਬੰਦ ਕਰਦੇ ਨੇ, ਵਿੱਚ ਲੋਕ ਗੱਲ ਕਰਦੇ ਨੇ ਕਿ ਖਾਲਿਸਤਾਨ ਹੋਣਾ ਚਾਹੀਦਾ। ਜੇ ਤੁਹਾਡੇ ਕੋਲੇ ਇੰਨਾ ਕੁ ਪੈਸਾ ਤਾਂ ਸਰਕਾਰ ਨੂੰ ਦੇ ਕੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦਾ ਹਿੱਸਾ ਰਵਿਦਾਸ ਭਗਤ ਦੇ ਨਾਂ ਤੇ ਹੀ ਦਵਾ ਦਿਓ ਤੁਸੀਂ ਇੱਕ ਗੱਲ ਸੋਚੋ ਜੀ, ਸਰਕਾਰ ਦੇ ਹਿੱਸੇ ਵਿੱਚ ਕਿੰਨੇ ਪੈਸੇ ਚਲੇ ਗਏ ਨੇ ਹੁਣ ਤੱਕ, ਕਿੰਨੀ ਆਪਣੇ ਬਿਮਾਰੀਆਂ ਆਫਤਾਂ ਆਉਂਦੀਆਂ ਨੇ, ਆਪਣੇ ਕਿੰਨੇ ਲੋਕ ਨੇ ਉਹ ਆਪਣਾ ਖਾਤਾ ਨੰਬਰ ਦੇ ਵੀ ਸਰਕਾਰ ਦੇ ਖਾਤੇ ਵਿੱਚ ਪੈਸਾ ਨਹੀਂ ਹੈ, ਤੁਸੀਂ ਇਹਦੇ ਵਿੱਚ ਪੈਸਾ ਪਾਓ, ਉਦੋਂ ਪੋਜ਼ਿਟਿਵ ਆਪਾਂ ਨੂੰ ਕੁਝ ਮਿਲਿਆ? ਕਿਸੇ ਨੂੰ ਨਾ ਰਾਸ਼ਨ ਨਾ ਫਾਸਨ, ਸਭ ਕੁਝ ਐਸੇ ਹੀ ਲੰਘ ਗਿਆ। ਜਿਨ੍ਹਾਂ ਲੋਕਾਂ ਨੇ ਪੀੜਤ ਸਮੇਂ ਦੇ ਵਿੱਚ ਰਾਸ਼ਨ ਵੰਡਿਆ ਉਹ ਸਿਰਫ ਉਹਨਾਂ ਲੋਕਾਂ ਦੇ ਘਰੇ ਗਿਆ ਜਿਨ੍ਹਾਂ ਦੀ ਕੋਈ ਜਾਣ ਪਛਾਣ ਸੀ ਜਾਂ ਜਿਹੜੇ ਬੰਦੇ ਨੂੰ ਕੋਈ ਜਾਣਦਾ ਸੀ ਜਾਂ ਇਹ ਚਾਹੁੰਦਾ ਸੀ ਮੇਰੀ ਪਾਰਟੀ ਦਾ ਬੰਦਾ। ਮੈਂ ਖੁਦ ਆਪਣੇ ਪਿੰਡ ਦੇ ਵਿੱਚ ਇਹੋ ਜਿਹੇ ਘਰ ਵੇਖੇ ਨੇ ਜਿਹੜੇ ਅੱਖਾਂ ਤੋਂ ਮਨਾਖੇ ਨੇ, ਦੋਨੇ ਮਾਤਾ ਪਿਤਾ ਬਜ਼ੁਰਗ ਨੇ, ਬਿਲਕੁਲ ਹੀ ਦੋਨੇ ਬੱਚੇ ਅੱਖਾਂ ਤੋਂ ਉਹਨਾਂ ਨੇ, ਪਰ ਉਹਨਾਂ ਦਾ ਘਰ ਛੱਡ ਦਿੱਤਾ ਗਿਆ। ਅੱਛਾ ਜੀ, ਲਾਸਟ ਸਵਾਲ ਮੇਰਾ ਤੁਹਾਨੂੰ ਇਹ ਆ ਕਿ ਤੁਸੀਂ ਇੱਥੇ ਪਾਠੀ ਸਿੰਘ ਹੋ, ਪਾਠੀ ਸਿੰਘ ਉਹੀ ਇਨਸਾਨ ਬਣਦਾ ਜਿਹਦੇ ਘਰ ਦੇ ਵਿੱਚ ਕੋਈ ਹੋਰ ਰੁਜ਼ਗਾਰ ਦਾ, ਕੋਈ ਆਮਦਨ ਦਾ ਸਰੋਤ ਆ ਜਿਹੜਾ ਨਹੀਂ ਹੁੰਦਾ, ਹੈ ਨਾ। ਤੇ ਤੁਸੀਂ ਜੇ ਤੁਹਾਨੂੰ ਕੁਝ ਹੋ ਜਾਂਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਕੋਲੇ ਕੁਝ ਨਹੀਂ, ਤੁਸੀਂ ਕਹਿ ਰਹੇ ਹੋ ਗੁਰੂ ਦੀ ਗੋਲਕ ਆ, ਗੁਰੂ ਦੀ ਗੋਲਕ ਦਾ ਕਿਤੇ ਕੋਈ ਖਾਤਾ ਹੈਗਾ? ਗੁਰੂ ਦੀ ਗੋਲਕ ਦਾ ਕਿਤੇ ਕੋਈ ਖਾਤਾ ਨਾ ਹੋ ਸਕਦਾ, ਨਾ ਇਹਨੂੰ ਕੋਈ ਖਾਤੇ 'ਚ ਪਾ ਸਕਦਾ ਹੈ। ਅਗਰ ਪ੍ਰਬੰਧਕ ਕਮੇਟੀ ਚਾਹਵੇ ਤਾਂ ਉਹ ਪ੍ਰਬੰਧਕਾਂ ਦੇ ਨਾਂ ਖਾਤਾ ਹੁੰਦਾ, ਗੋਲਕ ਦੇ ਨਾਂ ਖਾਤਾ ਨਹੀਂ ਬਣਦਾ, ਕਿਉਂਕਿ ਗੋਲਕ ਦਾ ਗੁਰੂ ਨਾਨਕ ਦੀ ਹੈ। ਇਹਨੂੰ ਅਸੀਂ ਕਿਸੇ ਵੀ ਬੈਂਕ ਨਾਲ ਨਹੀਂ ਜੋੜ ਸਕਦੇ। ਜੇ ਅਸੀਂ ਕਿਸੇ ਬੈਂਕ ਨਾਲ ਜੋੜਦੇ ਹਾਂ ਤਾਂ ਫਿਰ ਸਾਨੂੰ ਉਹਦੇ ਵਿੱਚੋਂ ਕੱਢਣ ਦੀ ਲੋੜ ਨਹੀਂ, ਉਹ ਤਕਰੀਬਨ ਬੈਂਕ ਹੀ ਪੈਸਾ ਉਹਦੇ ਵਿੱਚੋਂ ਕੱਢੇ, ਕਿਉਂਕਿ ਪੈਸੇ ਨੂੰ ਪਹਿਲਾਂ ਪ੍ਰਬੰਧਕ ਕੱਢਦੇ ਆ ਬਾਹਰ, ਗਿਣਦੇ ਆ, ਫਿਰ ਉਹ ਆਪਣਾ ਖਾਤਾ 4 ਬੰਦਿਆਂ ਦੇ ਨਾਲ 5 ਬੰਦਿਆਂ ਦੇ ਨਾਲ ਕਰਾਉਂਦੇ ਨੇ। ਜੇ ਉਹ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਫਰਜ਼ ਕਰ ਲਓ ਆਪਾਂ ਖਾਤਾ ਖੋਲ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਨੇ ਤਾਂ ਕਿ ਪੈਸੇ ਦੀ ਲੋੜ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਤਿਗੁਰਾਂ ਨੂੰ ਤਾਂ ਲੋੜ ਨਹੀਂ, ਪ੍ਰਬੰਧਕਾਂ ਨੂੰ ਲੋੜ ਆ, ਮੈਨੂੰ ਲੋੜ ਆ, ਲੋਕਾਂ ਨੂੰ ਲੋੜ ਹੈ। ਇਹ ਗੱਲ ਨੂੰ ਸਮਝੋ ਨਾ ਵੀ ਇਹ ਖਾਤਾ ਸਿਰਫ ਪ੍ਰਬੰਧਕਾਂ ਦਾ ਹੋ ਸਕਦਾ, ਗੁਰੂ ਦੀ ਗੋਲਕ ਦਾ ਨਹੀਂ ਹੋ ਸਕਦਾ। ਔਰ ਗੁਰੂ ਦੀ ਗੋਲਕ ਮੈਨੂੰ ਨਾ ਕਾਫੀ ਸਮੇਂ ਤੋਂ, ਬਹੁਤ ਸਮੇਂ ਤੋਂ ਮੈਂ ਸੋਚਦਾ ਆ ਰਿਹਾ। ਦੇਖੋ ਗ੍ਰੰਥੀ ਆ, ਕਥਾ ਕੀਰਤਨ ਵੀ ਕਰਿਆ, ਸਾਰਾ ਕੁਝ ਕੀਤਾ ਔਰ ਲਾਈਵ ਲੋਕਾਂ ਨੂੰ ਸੁਣਦੇ ਵੀ। ਅੱਜ ਤੱਕ ਜਿੰਨੇ ਪ੍ਰਚਾਰਕ ਨੇ, ਰਾਗੀ, ਢਾਡੀ, ਸਾਧੂ ਸੰਤ, ਮਹਾਂਪੁਰਸ਼, ਉਹ ਇਹ ਗੱਲ ਪਿੱਟਦੇ ਰਹੇ ਨੇ ਵੀ ਜਿਹੜੀਆਂ ਗੁਰੂ ਘਰ ਦੀਆਂ ਗੋਲਕਾਂ ਨੇ ਉਹਨਾਂ ਨੂੰ ਗੁਰੂ ਘਰ ਦੇ ਜਿਹੜੇ ਮਹੰਤ ਨੇ ਉਹ ਖਾਈ ਜਾਂਦੇ ਨੇ, ਪ੍ਰਚਾਰਕ ਨੇ ਖਾਈ ਜਾਂਦੇ ਨੇ, ਉਹ ਕਿਤੇ ਲਾ ਨਹੀਂ ਰਹੇ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਮੈਂ ਸੁਣਿਆ, ਲਿਖਿਆ ਵੀ, ਦੇਖਿਆ, ਪੜ੍ਹਿਆ ਵੀ ਹੈ, ਤੇ ਰੋਜ਼ ਸੋਚਦੇ ਵੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਦੇ ਦੇਖੀ ਨਹੀਂ ਦੇਖੀ। ਪਰ ਇਹ ਪ੍ਰਬੰਧਕਾਂ ਨੇ ਮੈਨੂੰ ਕੀ ਕੀਤਾ ਨਾ, ਜਦੋਂ ਦੇਖਿਆ ਵੀ ਬਾਬਾ ਕੁਝ ਕਰ ਸਕਦਾ ਯਾਰ ਸਾਡੇ ਪਿੰਡ ਲਈ, ਇਹਨਾਂ ਨੇ ਸਾਰਿਆਂ ਨੇ ਸਪੀਕਰ ਵਿੱਚ ਬੋਲ ਕੇ ਇਹ ਕਹਤਾ ਵੀ ਬਾਬਾ ਜੀ ਅੱਜ ਤੋਂ ਗੁਰੂ ਘਰ ਦੇ ਪ੍ਰਬੰਧਕ ਨੇ, ਇਹ 5 ਕਰਨ, ਇਹ 50 ਕਰਨ, ਗੁਰੂ ਦੀ ਗੋਲਕਾ ਇਹਨੂੰ ਕਿਤੇ ਸੁੱਟਣ, ਲਾਉਣ ਨਾ ਲਾਉਣ, ਬਿੱਲ ਭਰਨ ਨਾ ਭਰਨ, ਸਾਰਾ ਜਿਵੇਂ ਇਹਨਾਂ ਦਾ। ਮੈਂ ਸੋਚਿਆ ਵੀ ਜਦੋਂ ਗੁਰੂ ਦੀ ਗੋਲਕ ਮੇਰੇ ਹੱਥ ਆ ਗਈ, ਮੈਂ ਇੱਕ ਗਰੀਬ ਆਦਮੀ ਹਾਂ, ਸਾਰਿਆਂ ਨੂੰ ਪਹਿਲਾਂ ਮੇਰੇ ਕੋਲ ਘਰ ਵੀ ਹੈ ਨਹੀਂ, ਮੇਰਾ ਬੈਂਕ ਬੈਲੈਂਸ ਵੀ ਹੈ ਨਹੀਂ, ਬਲਕਿ ਮੇਰੀ ਵੋਟ ਵੀ ਇੱਥੇ ਹੁਣ ਬਣੀ ਆ। ਪਹਿਲਾਂ ਅੱਜ ਤੱਕ ਮੇਰਾ ਕੋਈ ਡਾਕੂਮੈਂਟ ਕਿਸੇ ਪਿੰਡ ਦਾ ਸਹੀ ਨਹੀਂ, ਮੈਂ ਜਿੱਥੇ ਵੀ ਜਾਂਦਾ ਸੰਗਤ ਪਿਆਰ ਕਰਦੀ ਆ, ਸੰਗਤ ਪਿਆਰ ਕਰਦੀ ਉੱਥੋਂ ਦਾ ਮੇਰਾ ਵੋਟ ਕਾਰਡ, ਆਧਾਰ ਕਾਰਡ ਉੱਦਾਂ ਹੀ ਬਣਾ ਦਿੰਦੇ ਵੀ ਯਾਰ ਬੰਦਾ ਵਧੀਆ ਨੂੰ ਜਾਣ ਹੀ ਨਹੀਂ ਦੇਣਾ ਆਪਾਂ ਨੇ। ਪਰ ਕੁਦਰਤੀ ਕੋਈ ਗਲਤੀ ਹੋ ਜਾਂਦੀ ਹੈ, ਬੰਦਾ ਹੀ ਕਰਦਾ, ਪਸ਼ੂ ਦਾ ਕਰਦਾ ਨਹੀਂ। ਪੈਸੇ ਤੋਂ ਇਲਾਵਾ ਤੁਸੀਂ ਲੋਕਾਂ ਦੀ ਕਿਸੇ ਹੋਰ ਕਿਸਮ ਦੀ ਕੋਈ ਮਦਦ ਕੀਤੀ ਹੋਵੇ, ਕਿਸੇ ਨੂੰ ਕੋਈ ਸਾਧਨ ਦਿੱਤਾ ਹੋਵੇ, ਕਿਸੇ ਦਾ ਕੋਈ ਘਰ ਪਵਾਇਆ ਹੋਵੇ, ਕਿਸੇ ਦਾ ਕੋਈ ਮੈਡੀਕਲ ਟਰੀਟਮੈਂਟ ਕਰਾਇਆ? ਸਾਡੀ ਹੁਣ ਇੱਥੇ ਲੈਬ ਖੁੱਲ੍ਹ ਗਈ ਹੈ ਜੀ, ਜਿਹਦੇ ਵਿੱਚ ਮੈਨੂੰ ਕਈ ਬੰਦੇ ਨੇ ਆਖਿਆ ਵੀ ਆਪਾਂ ਇਹਨੂੰ ਅੱਧੇ ਪੈਸਿਆਂ ਦੇ ਟੈਸਟ ਕਰਿਆ ਕਰੀਏ। ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਅੱਧੇ ਪੈਸੇ ਨਹੀਂ ਵੀਰੇ, ਪੂਰਾ ਫ੍ਰੀ ਟੈਸਟ ਕਰੋ। ਕਹਿੰਦੇ ਜੀ ਫ੍ਰੀ ਟੈਸਟ ਇਸ ਕਰਕੇ ਨਹੀਂ, ਕੋਈ ਪੈਸੇ ਨਹੀਂ ਹੈਗੇ ਬੰਦੇ ਕੋਲ। ਅਸਲ ਟੈਸਟ ਤਾਂ ਕਰਾਉਣ ਬੰਦੇ, ਜਿਹਨੂੰ ਟੈਸਟ ਕਰਾ ਲੈਂਦਾ ਉਹਦੇ ਕੋਲ ਦਵਾਈ ਨੂੰ ਪੈਸਾ ਨਹੀਂ ਹੁੰਦਾ। ਜੇ ਟੈਸਟ ਕਰਾਓ ਤੁਹਾਨੂੰ ਪਤਾ ਮੈਨੂੰ ਬਿਮਾਰੀ ਹੈ, ਹੁਣ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਦਵਾਈ ਨੂੰ ਪੈਸਾ ਨਹੀਂ। ਅਸੀਂ ਉਹਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਕਰਤੀਆਂ ਜੀ, ਵੀ ਇੱਕ ਤਾਂ ਉਹਦਾ ਟੈਸਟ ਫ੍ਰੀ ਕਰੋ, ਦੂਸਰੀ ਗੱਲ ਉਹਨੂੰ ਦਵਾਈ ਫ੍ਰੀ ਦਿਓ, ਤੀਸਰੀ ਗੱਲ ਉਹਦਾ ਆਪਰੇਸ਼ਨ ਹੁੰਦਾ, ਲੱਖ ਲੱਗਦਾ, 2 ਲੱਖ ਦਾ, 20 ਲੱਗਦਾ, ਚਾਹੇ ਉਹ ਬੰਦੇ ਨੂੰ ਇੱਕ ਵਾਰ ਜ਼ਿੰਦਗੀ ਦੇਣ ਦਾ ਪੂਰਾ ਫੁੱਲ ਮੌਕਾ ਕੱਢੋ। ਕਿਸੇ ਵੀ ਡਾਕਟਰ ਨਾਲ ਤੁਸੀਂ ਟਾਈ ਅਪ ਕਰੋ, ਜਿੰਨਾ ਉਹ ਪੈਸਾ ਮੰਗਦਾ ਬੰਦੇ ਨੂੰ ਠੀਕ ਕਰਨ ਦਾ, ਅਸੀਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਗੋਲਕ 'ਚ ਉਹਨੂੰ ਦੇਵਾਂਗੇ। ਸਾਡੀ ਕੋਸ਼ਿਸ਼ ਇਹ ਵੀ ਬੰਦਾ ਚਾਹੇ ਕਿਹੋ ਜਾਵੇ, ਕਿਸੇ ਵੀ ਧਰਮ ਦਾ ਹੋ, ਕਿਸੇ ਵੀ ਜਾਤ ਦਾ, ਸਾਨੂੰ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਬੰਦੇ ਨੂੰ ਇੱਕ ਵਾਰ ਉਹਦੇ ਪਰਿਵਾਰ ਵਿੱਚ ਅਸੀਂ ਸਿਰਫ ਜਿਉਂਦਾ ਦਿਖਾਉਣਾ ਚਾਹੁੰਦੇ ਵੀ ਅੱਜ ਜਿਉਂਦਾ ਇਹ, ਕੱਲ੍ਹ ਨੂੰ ਦੇਖੋ ਕੁਦਰਤ ਦੇ ਹੱਥ ਨੇ, ਉਹ ਕੁਝ ਵੀ ਕਰ ਸਕਦੀ ਹੈ। ਪਰ ਸਾਡੇ ਬੰਨਿਓ ਜਿੰਨਾ ਜਿੰਦ ਜਾਨ ਲਾਵਾਂਗੇ ਅਸੀਂ, ਉਹ ਤੋਂ ਇੱਕ ਵੀ ਪੈਸਾ ਉਹਨੂੰ ਦੱਸਾਂਗੇ ਨਹੀਂ, ਉਹਦੀ ਵੀਡੀਓ ਨਹੀਂ ਬਣਾਵਾਂਗੇ।
ਇਹ ਵੀ ਸਾਡੀ ਸ਼ਰਤ ਹੈ ਵੀ ਆ ਬੰਦੇ ਦਾ ਅਸੀਂ ਇਲਾਜ ਕਰਾਇਆ ਜੀ, ਇਹ ਸਾਡੇ ਕੋਲੋਂ 2 ਲੱਖ ਰੁਪਇਆ ਲੈ ਕੇ ਠੀਕ ਹੋਇਆ। ਐਦਾਂ ਕੁਝ ਨਹੀਂ ਕਹਿਣਾ ਉਹਨੂੰ, ਕਿਉਂਕਿ ਉਹ ਬੰਦੇ ਕਿਸੇ ਨੂੰ ਜਲੀਲ ਨਹੀਂ ਕਰੋ। ਨਹੀਂ ਕਰਾਂਗੇ ਜੀ। ਔਰ ਜਿੰਨੇ ਮੇਰੇ ਕੋਲ ਇੱਥੇ ਅੱਜ ਲੋਕ ਆਉਂਦੇ ਨੇ, ਮੈਂ ਉਹਨਾਂ ਨੂੰ ਕਹਿਣਾ ਵੀ ਭਾਈ ਤੁਸੀਂ ਮੈਥੋਂ ਮੰਗੋ ਨਾ, ਮੈਂ ਦਾਨੀ ਨਹੀਂ ਹਾਂ। ਜਿੰਨੇ ਲੋਕਾਂ ਮੈਂ ਬਾਬਾ ਜੀ ਗਰੀਬ ਹਾਂ, ਮੇਰਾ ਘਰ ਨਹੀਂ, ਮੇਰੇ ਕੋਲ ਮੇਰੇ ਬੱਚੇ ਭੁੱਖੇ ਮਰਦੇ, ਉਹ ਕਰਦੇ, ਮੈਂ ਉਹਨਾਂ ਨੂੰ ਕਹਿੰਦਾ ਵੀ ਦੇਖੋ ਚਾਹੇ ਤੁਸੀਂ ਕੁਝ ਵੀ ਕਰਦੇ ਹੋ ਯਾਰ, ਉਹ ਗੱਲਾਂ ਛੱਡੋ, ਬਸ ਮੈਨੂੰ ਇੱਕ ਵਾਰ ਜਿੱਥੋਂ ਮਰਜ਼ੀ ਕਰਕੇ ਜਾਂ ਤਾਂ 3000 ਦੇ ਦਿਓ ਜਾਂ 30,000 ਦੇ ਦਿਓ। ਤੋ ਉਦੋਂ ਇਹ ਮੈਂ ਵਿੱਚ ਫਿਰ ਰੋਕ ਰਿਹਾ, 30,000 ਤੋਂ ਵੱਡੀ ਵੀ ਕੋਈ ਕਮੇਟੀ ਹੈਗੀ? ਮਹਾਰਾਜ 3 ਲੱਖ ਤੱਕ ਦੀ ਵੀ ਚੱਲਦੀ ਹੈ। ਉਹ ਸਿਰਫ ਕਿਸਾਨਾਂ ਲਈ ਮੈਂ ਕੀਤਾ ਹੈ। ਮੈਨੂੰ ਮੇਰੇ ਪਰਿਵਾਰ ਦੇ ਲੋਕਾਂ ਨੇ, ਰਵਿਦਾਸੀ ਸਿੰਘਾਂ ਨੇ ਇਹ ਗੱਲ ਕਹੀ, ਕਹਿੰਦਾ ਬਾਬਾ ਜੀ ਤੁਸੀਂ ਜੱਟਾਂ ਨੂੰ ਫਿਰ ਅੱਗੇ ਲੈ ਆਏ। ਮੇਰੀ ਥਿਉਰੀ ਨਹੀਂ ਵੀ ਮੈਂ ਕਿਸੇ ਨੂੰ ਅੱਗੇ ਜਾਂ ਪਿੱਛੇ ਕਰਾਂ। ਜੱਟ ਦੀ ਕੀਮਤ ਆਪਾਂ ਜਾਣਦੀ ਹੈ। ਅਗਰ ਜੱਟ ਹੈ, ਕਿਸਾਨ ਹੈ ਤਾਂ ਆਪਾਂ ਜਿਉਂਦੇ ਹਾਂ। ਅਗਰ ਕਿਸਾਨ ਹੀ ਖਤਮ ਹੋ ਗਿਆ, ਨਾ ਆਪਾਂ ਨੂੰ ਖਾਣ ਨੂੰ ਆ, ਨਾ ਆਪਾਂ ਨੂੰ ਪਹਿਨਣ ਨੂੰ ਆ, ਸਾਰਾ ਕੁਝ ਕਿਸਾਨ ਦੇ ਸਿਰ ਤੇ। ਕਿਸਾਨ ਤਾਂ ਕੋਈ ਵੀ ਹੋ ਸਕਦਾ, ਰਵਿਦਾਸੀਆ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਜੱਟ ਵੀ ਹੋ ਸਕਦਾ। ਬਿਲਕੁਲ, ਜਿਹੜਾ ਮਿਹਨਤ ਕਰਦਾ ਬੰਦਾ ਆਪਣੇ ਖਾਣ ਲਈ ਕੁਝ ਪੈਦਾ ਕਰਦਾ ਹੈ, ਉਹ ਕਿਸਾਨ ਹੀ ਹੈ। ਉਹ ਚਾਹੇ ਮੁਸਲਮਾਨ ਦੇਖੋ ਸਬਜ਼ੀ ਬੀਜਦੇ ਨੇ, ਉਹ ਵੀ ਕਿਸਾਨ ਹੀ ਨੇ। ਇੱਕ ਵਾਰੀ ਤੁਸੀਂ ਲਾਸਟ ਦੱਸ ਦਿਓ ਕਿ 3 ਲੱਖ ਲੈ ਕੇ ਤੁਸੀਂ ਜਿਹੜਾ ਵਾਪਸ ਕਿੰਨੇ ਲੱਖ ਕਰਦੇ ਹੋ? ਦੇਖੋ ਵਾਪਸ ਕਰਨ ਦੀ ਸਾਡੀ ਕਮਿਟਮੈਂਟ ਕਿਸੇ ਨਾਲ ਕੋਈ ਨਹੀਂ ਹੈਗੀ। ਜਿਹੜਾ ਬੰਦਾ ਸਾਡਾ ਘੋਸ਼ਣਾ ਪੱਤਰ ਪੜ੍ਹਦਾ ਉਹਨੂੰ ਭਰਦਾ, ਉਹਦੇ ਉੱਤੇ ਲਿਖਿਆ ਹੁੰਦਾ ਵੀ ਇਹ ਪੈਸੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਰਿਹਾ, ਵਾਪਸ ਲੈਣ ਦਾ ਇਸ਼ਕ ਨਹੀਂ ਹਾਂ, ਨਾ ਮੈਂ ਖਜ਼ਾਨਚੀ ਤੋਂ, ਨਾ ਪ੍ਰਧਾਨ ਤੋਂ, ਨਾ ਬਾਬਾ ਜੀ ਤੋਂ। ਉਹ ਇਹ ਗੱਲ ਕਹਿ ਕੇ ਸਿਰਫ ਪੈਸਾ ਦਾਨ ਪੇਟੀ ਦੇ ਵਿੱਚ ਨਹੀਂ ਪਾਉਂਦਾ, ਮੈਨੂੰ ਵੱਖਰਾ ਫੜਾਉਂਦਾ। ਉਹ ਮੈਂ ਉਹ ਗੋਲਕ ਦੇ ਵਿੱਚ ਪਾਵਾਂ ਨਾ ਪਾਵਾਂ ਤਾਂ ਮੇਰੀ ਇੱਛਾ ਰਹੇਗੀ ਨਾ। ਜਦੋਂ ਗੋਲਕ ਮੇਰੀ ਹੈ, ਚਾਹੇ ਮੈਂ ਗੋਲਕ ਪਾਣਾ, ਚਾਹੇ ਮੈਂ ਆਪਣੇ ਕਮਰੇ 'ਚ ਰੱਖ ਲਾਂ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮਾਇਆ ਤਾਂ ਹੁਣ ਮੈਂ ਉੱਥੋਂ ਕੱਢ ਕੇ ਵੀ ਤਾਂ ਇੱਥੇ ਲੈ ਕੇ ਆਉਣੀ ਹੈ, ਇੱਥੋਂ ਮੈਂ ਉੱਥੇ ਤਾਂ ਛੱਡਣ ਜਾਣ ਨਹੀਂ ਲੱਗਿਆ। ਉਹ ਸਾਰੀ ਮਾਇਆ ਦੇ ਵਿੱਚ ਮੇਰਾ ਇੱਕ ਅਸੂਲ ਆ ਵੀ ਮੈਂ ਜਿੰਨੇ ਕੰਮ ਸ਼ੁਰੂ ਕੀਤਾ ਸੀ, ਸਾਰੀ ਸੰਗਤ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਦੇਖੋ ਪਹਿਲੀ ਗੱਲ ਤਾਂ ਭਾਈ ਮੈਂ ਗਰੀਬ ਆਦਮੀ ਹਾਂ, ਮੇਰੇ ਕੋਲ ਨਾ ਕੁਛ ਦੇਣ ਨੂੰ ਆ, ਨਾ ਕੁਛ ਲੈਣ ਨੂੰ, ਨਾ ਮੇਰੇ ਕੋਲ ਵੇਚਣ ਨੂੰ, ਨਾ ਮੇਰੇ ਕੋਲ ਕੁਛ ਵਟਣ ਨੂੰ ਆ। ਅਗਰ ਤੁਸੀਂ ਮੇਰੇ ਤੇ ਯਕੀਨ ਕਰ ਸਕਦੇ ਹੋ ਤਾਂ ਕਿਹੜੀ ਗੱਲ ਤੇ ਕਰ ਸਕਦੇ ਹੋ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਾਂ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ 3,000 ਜਾਂ 30,000 ਜਾਂ 3 ਲੱਖ ਮੇਰੀ ਇੱਕ ਗੱਲ ਕਹੀ ਤੇ ਦੇ ਦੇਵੋ। ਤੁਹਾਡਾ ਭਰੋਸਾ ਬਣ ਜੇ ਵੀ ਜਦ ਬਾਬਾ ਝੂਠ ਨਹੀਂ ਬੋਲਦਾ, ਸਾਡੇ ਪੈਸੇ ਮੋੜੂਗਾ। ਪਰ ਮੇਰੀ ਮੋੜਨ ਦੀ ਕਮਿਟਮੈਂਟ ਨਹੀਂ ਹੈ, ਕੋਈ ਨਹੀਂ ਹੈ, ਕਿਉਂਕਿ ਲਿਖਤੀ ਰੂਪ 'ਚ ਮੈਂ ਲੈ ਰਿਹਾ ਹਰ ਇੱਕ ਤੋਂ ਵੀ ਭਾਈ ਜੇ ਤੁਸੀਂ ਪੈਸੇ ਦੇਣੇ ਨਾ ਗੁਰੂ ਘਰ ਨੂੰ, ਜਿਹੜੀ ਅਖੰਡ ਪਾਠ ਦੀ ਪਰਚੀ ਕਟਾਉਂਦੇ ਹੋ, ਉਹ ਸਿਰਫ ਅਖੰਡ ਪਾਠ ਸਾਹਿਬ ਦੀ ਪਰਚੀ ਕਟਾ ਰਹੇ ਹੋ, ਨਾ ਕਿ ਤੁਸੀਂ ਮੈਨੂੰ ਕੁਝ ਦੇ ਰਹੇ ਹੋ। ਉਸ ਤੋਂ ਬਾਅਦ ਮੇਰੇ ਮਨ ਦੀ ਇੱਛਾ ਹੈ ਵੀ ਜਿਹੜਾ ਬੰਦਾ ਅੱਜ ਗੁਰੂ ਘਰ ਨੂੰ 3,000 ਦੇ ਰਿਹਾ, 30,000 ਦੇ ਰਿਹਾ, 3 ਲੱਖ ਦੇ ਰਿਹਾ, ਮੇਰੇ ਮਨ ਦੀ ਇੱਛਾ ਵੀ ਇਹ ਬੰਦੇ ਨੇ ਯਾਰ ਮੇਰੇ ਕਹੇ ਤੋਂ ਬਿਨਾਂ ਕਿਸੇ ਸੋਚੇ, ਬਿਨਾਂ ਕੁਛ ਸਮਝੇ ਮੈਨੂੰ ਇੰਨੇ ਪੈਸੇ ਮੇਰੀ ਜ਼ੁਬਾਨ ਕਰਕੇ, ਮੇਰੇ ਫੇਸ ਕਰਕੇ ਜਾਂ ਗਾਤਰਾ ਪਾਇਆ, ਸਿੱਖ ਬਣ ਕੁਛ ਵੀ ਕਰਕੇ ਭਰੋਸਾ ਕਰ ਲਿਆ ਮੇਰੇ ਤੇ, ਇਹਨੇ ਮੈਨੂੰ ਦੇਤੇ। ਮੇਰਾ ਹੁਣ ਫਰਜ਼ ਬਣਦਾ ਵੀ ਮੇਰੇ ਕੋਲ ਮਾਇਆ ਇਕੱਠੀ ਹੋ ਗਈ ਜੀ। ਇਕੱਠੀ ਤਾਂ ਹੁਣ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਸੰਸਥਾਵਾਂ ਨੇ, ਕਿੰਨੀਆਂ ਠਾਠਾਂ ਨੇ, ਇਕੱਠੀ ਤਾਂ ਸਾਰੇ ਤਾਂ ਹੁੰਦਾ ਨਾ। ਪੈਸਾ ਤਾਂ ਸਟੋਰ ਹੋ ਹੀ ਰਿਹਾ, ਅਗਰ ਉਹ ਸਟੋਰ ਹੋਇਆ ਤਾਂ ਹੀ ਉਹ ਬਣ ਰਹੇ ਨੇ ਵੱਡੇ ਵੱਡੇ। ਅਸੀਂ ਇੱਥੇ ਹਜੇ ਤੱਕ ਕੋਈ ਦਰਬਾਰ ਦੇ ਵਿੱਚ ਕੁਛ ਨਹੀਂ ਬਣਾਇਆ, ਸਿਰਫ ਸਤਿਗੁਰਾਂ ਦੇ ਸਤਿਕਾਰ ਦੇ ਵਿੱਚ ਅਸੀਂ ਇੱਕ ਸਤਿਗੁਰਾਂ ਦਾ ਰਮਾਲਾ ਸਾਹਿਬ ਆ ਜਿਹੜਾ ਰੋਜ਼ ਬਦਲਦੇ ਹਾਂ। ਰੋਜ਼ ਨਵਾਂ ਲਾਉਣ ਦੀ ਮੈਂ ਇੱਛਾ ਰੱਖਦਾ ਵੀ ਸਤਿਗੁਰਾਂ ਨੂੰ ਹਰ ਵੇਲੇ ਜਦੋਂ ਮਹਾਰਾਜ ਪ੍ਰਕਾਸ਼ ਕਰਨੇ 3 ਦਿਨਾਂ ਬਾਅਦ ਨਵਾਂ ਵਸਤਰ ਹੋਵੇ, ਪੁਰਾਣਾ ਨਾ ਹੋਵੇ। ਜਿਹੜਾ ਕੇਰਾਂ ਲਾਤਾ ਉਹ ਮੁੜ ਕੇ ਲਾਉਣਾ ਨਹੀਂ ਹੈ। ਕਿਸਾਨ ਨੇ, ਮੈਂ ਉਹਨਾਂ ਬਾਰੇ ਮੈਂ ਬਹੁਤ ਦਿਨ ਤੋਂ ਪੱਤਰਕਾਰਾਂ ਨਾਲ ਮਿਹਨਤ ਕਰਦਾ ਵੀ ਮੇਰੀ ਇੱਕ ਵਾਰ ਕਿਸਾਨਾਂ ਦੇ ਨਾਲ ਮੀਟਿੰਗ ਕਰਵਾ ਦਿਓ, ਮੈਨੂੰ ਇੱਕ ਵਾਰ ਕਿਸਾਨਾਂ ਦੇ ਸਾਹਮਣੇ ਦੱਸੋ ਯਾਰ ਮੈਂ ਕਿਸਾਨਾਂ ਬਾਰੇ ਕੁਝ ਲਈ ਬੈਠਾ। ਕਿਸਾਨਾਂ ਨਾਲ ਤੁਹਾਡੀ ਮੀਟਿੰਗ ਕਰਾਊ ਕੌਣ? ਤੁਸੀਂ ਖੁਦ ਕਿਸਾਨਾਂ ਕੋਲੇ ਜਾ ਸਕਦੇ ਹੋ ਜੇ ਤੁਸੀਂ ਇੰਨੀ ਹਮਦਰਦੀ ਕਿਸਾਨਾਂ ਨਾਲ ਰੱਖਦੇ ਹੋ। ਕਿਸਾਨ ਤਾਂ ਥਾਂ ਥਾਂ ਤੇ ਧਰਨੇ ਲਾਈ ਬੈਠੇ ਨੇ, ਥਾਂ ਥਾਂ ਤੇ ਉਹਨਾਂ ਦੀਆਂ ਜਥੇਬੰਦੀਆਂ ਬੈਠੀਆਂ ਨੇ, ਕਿਤੇ ਉਗਰਾਹਾਂ ਬੈਠਾ, ਕਿਤੇ ਡਕੌਂਦਾ ਬੈਠਾ, ਕਿਤੇ ਕੋਈ ਜਥੇਬੰਦੀ ਬੈਠੀ ਹੈ। 31 ਜਥੇਬੰਦੀਆਂ ਨੇ, ਜਿਨ੍ਹਾਂ ਚੋਂ ਅੱਜ 30 ਜਥੇਬੰਦੀਆਂ ਨੇ ਇੱਕ ਜਥੇਬੰਦੀ ਨੂੰ ਬਾਹਰ ਕਰ ਦਿੱਤਾ, ਬਾਕੀ ਫਿਰ ਵੀ 30 ਜਥੇਬੰਦੀਆਂ ਪਿੱਛੇ ਬਚਦੀਆਂ ਨੇ। ਉਹਨਾਂ 'ਚੋਂ ਤੁਸੀਂ ਕਿਤੇ ਵੀ ਜਾ ਕੇ ਨਾ ਗੱਲ ਕਰ ਸਕਦੇ ਹੋ ਉਹਨਾਂ ਨਾਲ। ਹਾਂ, ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਗੱਲ ਕਰਾਂ। ਕਿਤੇ ਅਸੀਂ ਮਲੇਰਕੋਟਲੇ ਤੋਂ ਆ ਰਹੇ ਸੀ, ਬਟ ਉੱਥੇ ਮੇਰੀ ਸੁਣਨ ਵਾਲਾ ਕੋਈ ਬੰਦਾ ਨਹੀਂ ਹੈ। ਕਿਸੇ ਵੀ ਪੋਲੀਟਿਕਸ ਦੇ ਵਿੱਚ ਤੁਸੀਂ ਜੋ ਪੜ੍ਹਦੇ ਹੋ ਨਾ, ਤੁਹਾਨੂੰ ਇੱਕ ਬੰਦਾ ਇਹੋ ਜਿਹਾ ਚਾਹੀਦਾ ਜਿਹੜਾ ਤੁਹਾਨੂੰ ਉਹਨਾਂ ਦੇ ਸਾਹਮਣੇ ਇਹ ਕਹੇ ਵੀ ਭਾਈ ਆਹ ਬੰਦਾ ਆਇਆ ਕੋਈ ਬਾਹਰੋਂ, ਇਹਦੀ ਜੇ ਤੁਸੀਂ 2 ਮਿੰਟ ਗੱਲ ਸੁਣ ਲਓ। ਫਰਜ਼ ਕੋਲ ਮੇਰਾ ਚੋਲਾ ਪਾਇਆ ਹੋਇਆ ਵਾਲਾ ਕਹਿੰਦਾ ਜਿਹੜਾ ਗੁਰਦੁਆਰਾ ਗ੍ਰੰਥੀ ਹੈ। ਕਿਸੇ ਬੰਦੇ ਨੇ ਇੱਕ ਵਾਰ ਕਮੈਂਟ ਪਾਇਆ ਸੀ, ਬਾਬੇ ਨਾ ਪਹਿਲਾਂ ਬੋਰੀਆਂ ਧਰ ਜਾਂਦੇ ਨੇ 20-20 ਦਿਨ ਪਹਿਲਾਂ ਜੀਰੀ ਵੱਢਣ ਤੋਂ, ਲੋਕਾਂ ਦੇ ਘਰੇ ਬੋਰੀਆਂ ਲੈ ਕੇ ਤੁਰ ਜਾਂਦੇ। ਅੱਜ ਇੱਕ ਵੀ ਬਾਬਾ ਕਿਸਾਨਾਂ ਦੇ ਹਿੱਤ 'ਚ ਨਹੀਂ ਖੜਾ ਜੀ। ਮੈਂ ਉਸ ਗੱਲ ਨੂੰ ਦੇਖ ਕੇ ਮੈਂ ਬਹੁਤ ਪੱਤਰਕਾਰਾਂ ਨਾਲ ਵੀ, ਖਾਸ ਬੰਦਿਆਂ ਨੇ ਵੀ, ਮੈਂ ਕਿਹਾ ਮੈਂ ਕਿਵੇਂ ਮਿਲ ਸਕਦਾ ਕਿਸਾਨਾਂ ਨੂੰ, ਕਿਉਂ ਮੇਰੀ ਜਾਤ ਆ ਜਿਹੜੀ ਚਮਾਰ ਹੈ। ਕਿਸਾਨਾਂ ਨੂੰ ਤੁਸੀਂ ਚਮਾਰ ਦੀ ਗੱਲ ਕਰੀਏ, ਚਲੋ ਅਸੀਂ ਚਮਾਰ ਜੱਟ ਤਾਂ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦੇ। ਕਿਸਾਨਾਂ ਨੂੰ ਤੁਸੀਂ ਕਿਹਾ ਮਿਲ ਨਹੀਂ ਦਿੱਤਾ ਕਿਸੇ ਪੋਲੀਟੀਸ਼ੀਅਨ ਦੇ ਬੰਦੇ ਤੇ, ਤੁਸੀਂ ਕਿਸੇ ਪੋਲੀਟੀਸ਼ੀਅਨ ਤੋਂ ਘੱਟ ਹੋ? ਤੁਹਾਡੇ ਨਾਲ 10-10 ਗਨਮੈਨ ਨੇ, ਜਦੋਂ ਤੁਸੀਂ ਕਿਸੇ ਧਰਨੇ 'ਚ ਗਏ ਹੋ ਤੁਹਾਨੂੰ ਤਾਂ ਉਦਾਂ ਹੀ ਰਸਤਾ ਛੱਡਦੇ ਹੋ। ਨਹੀਂ ਸਰ, ਮੈਂ ਚੀਜ਼ ਤੋਂ ਵਾਕਫ ਨਹੀਂ ਹੈ ਵੀ ਮੇਰੀ ਕੋਈ ਉੱਥੇ ਸੁਣੇਗਾ।
ਕਿਉਂਕਿ ਅੱਜ ਤੱਕ ਜੇ ਕਿਤੇ ਮੇਰੇ ਵਰਗਾ ਅਨਾਉਂਸਮੈਂਟ ਵੀ ਬੋਲਦਾ ਉਹਨੂੰ ਪਹਿਲਾਂ ਪੁੱਛਦੇ ਨੇ ਵੀ ਕੀ ਬੋਲਣ ਲੱਗਿਆ ਤੂੰ। ਅਨਾਉਂਸਮੈਂਟ ਬੋਲਣ ਤੇ ਵੀ ਗੁਰੂ ਘਰ ਦੇ ਪ੍ਰਬੰਧ ਕਹਿੰਦੇ ਨੇ ਵੀ ਤੂੰ ਬੋਲੀ ਤੇ ਕਿਉਂ ਬੋਲੀ, ਕਿਉਂਕਿ ਮੇਰੀ ਜਾਤ ਨੀਵੀਂ ਹੈ। ਅਗਰ ਮੈਂ ਕਿਤੇ ਉੱਚੀ ਜਾਤ ਦਾ ਹੁੰਦਾ ਮੈਨੂੰ ਕੁਛ ਲੋੜ ਹੀ ਨਹੀਂ ਕਰਨ ਦੀ। ਜੇਕਰ ਅਸੀਂ ਤੁਹਾਡੀ ਕਿਸੇ ਜਥੇਬੰਦੀ ਨਾਲ ਮੀਟਿੰਗ ਕਰਾਉਂਦੇ ਆ ਤਾਂ ਤੁਸੀਂ ਕਿਸਾਨਾਂ ਦਾ ਕੀ ਭਲਾ ਕਰ ਸਕਦੇ ਹੋ? ਬਸ ਮੈਂ ਜਿਹੜਾ ਵੀ ਕਿਸਾਨ ਮੈਨੂੰ 3 ਲੱਖ ਰੁਪਏ ਅੱਜ ਦਿੰਦਾ 6 ਮਹੀਨੇ ਦੇ ਵਿੱਚ ਜੇ ਉਹਦੇ ਸਿਰ ਤੇ 50 ਲੱਖ ਦਾ ਕਰਜ਼ਾ ਤਾਂ ਮੈਂ ਉਤਾਰ ਸਕਦਾ। ਕਿਸਾਨ 3 ਲੱਖ ਤੁਹਾਨੂੰ ਜਿਹਦੇ ਸਿਰ ਤੇ ਕਰਜ਼ਾ ਉਹ 3 ਲੱਖ ਤੁਹਾਨੂੰ ਲਿਆ ਕੇ ਦਊਗਾ ਕਿੱਥੋਂ? ਹਾਂ ਉਹਦੀ ਸਿਰਦਰਦੀ ਮੇਰੀ ਨਹੀਂ ਹੈ। ਤੁਹਾਡੀ ਸਿਰਦਰਦੀ ਨਹੀਂ, ਤੁਸੀਂ 3 ਲੱਖ ਲੈ ਕੇ ਭੱਜ ਗਏ, ਫਿਰ ਕਿਸਾਨ ਕੀ ਕਰੂ? ਉਹ ਮੇਰੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਕਿਸਾਨ ਤਾਂ ਪਹਿਲਾਂ ਹੀ ਮਰਦਾ ਪਿਆ। ਕਿਸਾਨ ਇਸੇ ਕਰਕੇ ਮਰ ਰਿਹਾ, ਉਹ ਸਹੀ ਰਾਹ ਤੇ ਨਹੀਂ ਚੱਲ ਰਿਹਾ। ਸਹੀ ਰਾਹ ਤੇ ਨਹੀਂ ਚੱਲਦਾ। ਹਾਂ ਕਿਉਂ ਨਹੀਂ ਚੱਲਦਾ? ਜਿੱਥੇ ਅੱਜ ਸਾਰੇ ਕਿਸਾਨਾਂ ਨੂੰ ਪਤਾ, ਸਭ ਨੂੰ ਪਤਾ ਵੀ ਸਾਡੇ ਪਿੰਡ ਦੇ ਖੁਦ ਮੇਰੇ ਪਿੰਡ ਦੇ ਕਿਸਾਨ ਨਹੀਂ ਹਜੇ ਮੇਰੇ ਨਾਲ ਖੜੇ। ਇਹ ਜਿੰਨਾ ਤੁਸੀਂ ਸਹੀ ਰਾਹ ਤੇ ਚਲਾਉਣ ਦੀ ਕੋਸ਼ਿਸ਼ ਕਰਦੇ ਹੋ, ਅੱਜ ਤੱਕ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਸਿਆਣਾ ਆਇਆ ਨਹੀਂ ਜਿਹੜਾ ਕਿਸਾਨਾਂ ਨੂੰ ਸਹੀ ਰਾਹ ਹੀ ਦਿਖਾ ਸਕੇ। ਉਹ ਇਸ ਕਰਕੇ ਨਹੀਂ ਬਾਬਾ ਜੀ ਆਇਆ, ਜਦੋਂ ਕੋਈ ਬੰਦਾ ਮੂਹਰੇ ਆਉਂਦਾ ਉਹਨੂੰ ਪਹਿਲਾਂ ਮਾਰ ਦਿੱਤਾ ਜਾਂਦਾ। ਮੈਨੂੰ ਵੀ ਮਾਰ ਦੇਣਗੇ ਇੱਕ ਦਿਨ। ਫਿਰ ਤੁਹਾਨੂੰ ਮਾਰਤਾ ਲੋਕਾਂ ਦਾ ਤਾਂ ਪੈਸਾ ਵਗ ਜੂ ਨਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਹੋ ਸਕਦਾ ਤੁਹਾਡੀ ਪ੍ਰਬੰਧਕ ਕਮੇਟੀ ਉਹ ਤੁਹਾਨੂੰ ਲਾਲਚ ਦੇ ਵਿੱਚ ਆ ਕੇ ਮਾਰ ਦੇ। ਮੈਂ ਚਾਹੁੰਦਾ ਨਹੀਂ, ਕਿਉਂਕਿ ਜਿਹੜੇ ਬੰਦੇ ਨੇ ਅਸੀਂ ਸਹੁੰ ਖਾਧੀ ਹੈ, ਇੱਕ ਐਸੀ ਚੀਜ਼ ਆ ਔਲਾਦ ਪੁੱਤਰ, ਇੱਕ ਐਸਾ ਨਿਸ਼ਾਨਾ ਦੁਨੀਆ ਤੇ ਜਿਹਦੀ ਖਾਤਰ ਬੰਦਾ ਕਿਸੇ ਵੀ ਖੂਹ ਖਾਤੇ ਵਿੱਚ ਡਿੱਗ ਜਾਂਦਾ ਹੈ। ਉਹ ਕਿਸੇ ਵੀ ਧਰਮ ਨੂੰ ਜਾ ਕੇ ਮੱਥਾ ਟੇਕ ਸਕਦਾ, ਚਾਹੇ ਉਹ ਸਿੱਖ ਕਿੱਡਾ ਵੱਡਾ ਵੀ ਹੋਵੇ। ਜੇ ਕਿਤੇ ਉਹਦੇ ਪੁੱਤਰ ਦੀ ਲਾਲਸਾ ਨਾ, ਉਹ ਕਿਤੇ ਗੰਦੀ ਤੋਂ ਗੰਦੀ ਥਾਂ ਜਾ ਕੇ ਵੀ ਮੱਥਾ ਟੇਕ ਦਿੰਦਾ ਵੀ ਮੇਰੇ ਘਰ ਪੁੱਤ ਹੋ ਜਾਏ। ਮੈਂ ਉਹ ਪੁੱਤ ਦੀ ਸਹੁੰ ਖਾ ਕੇ ਇਹ ਸਿਸਟਮ ਨੂੰ ਲਾਂਚ ਕੀਤਾ ਹੈ ਵੀ ਇਹ ਤੋਂ ਵੱਧ ਕੇ ਮੇਰੇ ਕੋਲ ਸੰਸਾਰ ਦੇ ਕਿਸੇ ਵੀ ਬੰਦੇ ਨੂੰ ਸੱਚਾਈ ਜਾਂ ਮੇਰੇ ਅੰਦਰਲੀ ਗੱਲ ਨੂੰ ਦਿਖਾਉਣ ਵਾਸਤੇ, ਜਾਂ ਜਿਹਨੂੰ ਕਹਦੇ ਵੀ ਮੇਰੇ ਕੋਲ ਹੋਰ ਇਸ ਤੋਂ ਇਲਾਵਾ ਚੀਜ਼ ਹੈ ਹੀ ਨਹੀਂ ਜਿਹ 'ਤੇ ਮੈਂ ਲੋਕਾਂ ਨੂੰ ਯਕੀਨ ਕਰਵਾ ਸਕਾਂ। ਜੇ ਲੋਕ ਇਹ ਚੀਜ਼ 'ਤੇ ਯਕੀਨ ਨਹੀਂ ਕਰਦੇ ਤਾਂ ਮੇਰੇ ਇਸੇ ਟਾਈਮ ਇਸੇ ਗੱਲੋਂ ਹੱਥ ਖੜੇ ਨੇ ਵੀ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰ ਸਕਦਾ। ਅਗਰ ਤੁਸੀਂ ਮੇਰੀ ਇਹ ਸਹੁੰ 'ਤੇ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਆਪੋ ਆਪਣੇ 3-3 ਲੱਖ ਰੁਪਏ ਚੋਰੀ ਕਰੋ, ਡਾਕਾ ਮਾਰੋ, ਮੈਨੂੰ ਨਹੀਂ ਕੋਈ ਮਤਲਬ। ਸਿਰਫ 20 ਦਿਨਾਂ ਵਾਸਤੇ ਮੈਨੂੰ ਉਧਾਰਾ ਦੇ ਦਿਓ, ਉਦੋਂ ਬਾਅਦ ਤੁਹਾਨੂੰ 1 ਲੱਖ ਡੇਲੀ ਆਊਗਾ ਹੀ ਆਊਗਾ। ਸਿਰਫ ਇੱਕ ਐਤਵਾਰ ਛੱਡ ਕੇ ਪੂਰੇ ਮਹੀਨੇ ਦੇ ਵਿੱਚੋਂ 20 ਲੱਖ ਰੁਪਏ ਉਹਨੂੰ ਮਹੀਨੇ ਦਾ 3 ਲੱਖ ਦਾ ਪੂਰਾ 20 ਲੱਖ ਬਣਦਾ। ਦੇਵਾਂਗੇ। 4 ਐਤਵਾਰ ਛੱਡ ਕੇ 20 ਲੱਖ ਰੁਪਇਆ, 3 ਲੱਖ ਜੇ ਕੋਈ ਜਮ੍ਹਾਂ ਕਰਾਉਂਦਾ 20 ਦੋਗੇ ਪੂਰਾ? ਪੂਰੇ ਦਾ ਪੂਰਾ ਜੀ ਲੈ ਰਹੇ ਨੇ, ਸ਼ੁਰੂ ਹੋ ਰਿਹਾ ਹੈ। ਅੱਜ ਤੋਂ ਪਹਿਲਾਂ ਜਿਹਨੂੰ ਅਸੀਂ 30 ਦੀ ਇੱਕ 10,000 ਦੀ ਕਮੈਂਟਮੈਂਟ ਕੀਤੀ ਸੀ, ਉਹਨਾਂ ਨਾਲ ਵੀ ਤੁਸੀਂ ਕਿਸੇ ਵੀ ਬੰਦੇ ਨਾਲ ਸਾਡੇ ਤੱਕ ਪਿੰਡ ਤੋਂ ਜਿਹਨੂੰ ਮਰਜ਼ੀ ਪੁੱਛ ਲਓ ਜੀ। ਦੇਖੋ ਕੋਈ ਮੇਰੇ ਐਂਟੀ ਬੰਦਾ ਬੋਲ ਜੇ ਉਹਦੇ ਵਿੱਚ ਮੈਂ ਕੋਈ ਨਹੀਂ, ਕਿ ਹੁੰਦਾ ਤਾਂ ਸਾਰਾ ਕੁਝ ਹੀ ਹੈ ਸਾਰੇ ਹੀ ਹੁੰਦੇ ਨੇ ਬੰਦੇ। ਤੇ ਪਰ ਜਿਹੜੇ ਬੰਦੇ ਨੂੰ ਪੈਸੇ ਮਿਲ ਰਹੇ ਨੇ ਬਾਹਰ, ਜਿੰਨੇ ਵੀ ਗਰੀਬ ਸੰਗਤ ਬੈਠੀ ਹੈ, ਇਹ ਸਾਰੀ ਰਾਤ ਪਹਿਲੀ ਗੱਲ ਤਾਂ ਸੌਂਦੇ ਨਹੀਂ ਜੀ। ਸਾਰੀ ਰਾਤ ਮਾਈਆਂ ਨੇ, ਬੀਬੀਆਂ ਨੇ ਮੈਨੂੰ ਇੱਕ ਗੱਲ ਕਹੀ ਹੈ, ਦੇਖੋ ਮੈਂ ਭੱਜ ਸਕਦਾ, ਮੈਂ ਭੱਜਣ ਦੀ ਕੋਸ਼ਿਸ਼ ਕਰ ਸਕਦਾ। ਕਦੋਂ ਕਰੂੰਗਾ? ਜਦੋਂ ਤੁਸੀਂ ਸਾਰੇ ਲੋਕ ਮੈਨੂੰ ਛੱਡ ਗਏ। ਜਦੋਂ ਤੁਸੀਂ ਇਹ ਸੋਚਿਆ ਵੀ ਬਾਬਾ ਭੱਜਦਾ ਨਹੀਂ, ਉਦੋਂ ਮੈਂ ਭੱਜ ਸਕਦਾ। ਪਰ ਇੱਕ ਗੱਲ ਖਿਆਲ ਰੱਖਿਓ, ਮੇਰਾ ਕੁੱਲ weight 80 ਕਿਲੋ ਆ, ਮੈਂ ਸਿਰਫ 80 ਦਾ ਡਬਲ ਚੱਕ ਸਕਦਾ ਵਜਨ। ਇਦੋਂ ਵਜਨ ਮੈਂ ਵਜਨ ਚੱਕ ਕੇ ਇੰਨੇ ਪੈਸੇ ਇਕੱਠੇ ਹੋ ਗਏ ਤੁਹਾਡੇ ਕੋਲੇ ਕਿ ਤੁਹਾਡੇ ਵਜਨ ਨਾਲ ਵਾਲੇ ਹੋ ਗਏ? ਮੈਂ ਆਪਣੇ ਵਜਨ ਤੋਂ ਦੁੱਗਣੇ ਚੱਕ ਸਕਦਾ ਜੇ ਮੈਂ ਭੱਜ ਸਕਦਾ। ਪਰ ਜਿਹੜੇ ਬੰਦੇ ਕੋਲ ਅਰਬਾਂ ਖਰਬਾਂ ਰੁਪਈਆ ਹੋਵੇ, ਉਹ ਬੰਦਾ ਭੱਜਣ ਦੀ ਇੱਛਾ ਕਿਉਂ ਰੱਖੂਗਾ? ਮੈਂ ਅੱਜ ਇੱਥੇ ਸੰਤਾਂ ਮਹਾਂਪੁਰਸ਼ਾਂ ਤੋਂ, ਜਿਹੜੇ ਜਿਵੇਂ ਸਾਡੇ ਇੱਥੇ ਸੰਤ ਉਤਰਦੇਵ ਜੀ ਹੋਏ ਨੇ, ਮੈਨੂੰ ਅੱਜ ਲੋਕ ਉਹਦੇ ਨੂੰ ਵੱਧ ਸਤਿਕਾਰ ਦੇ ਰਹੇ ਨੇ ਫ੍ਰੀ ਫੰਡ 'ਚ। ਤੁਸੀਂ ਆਪਣੇ ਆਪ ਨੂੰ ਉਤਰਦੇਵ ਨਾਲ ਰਲਾ ਰਹੇ ਹੋ? ਮੈਨੂੰ ਲੜਾ ਲਏ ਨੇ। ਮੈਂ ਲੋਕਾਂ ਨੂੰ ਕਹਿ ਰਿਹਾ ਮੈਂ ਉਤਰਦੇਵ ਨਹੀਂ, ਮੈਂ ਤਾਂ ਇੱਕ ਡਾਲੀ ਕਰਨ ਵਾਲਾ ਬੰਦਾ ਤੁਹਾਡੇ ਕੋਲੋਂ। ਕੱਲ੍ਹ ਤਾਂ ਮੈਂ ਲੰਗਰ 'ਚ ਭਾਂਡੇ ਮਾਂਜਦਾ ਸੀ, ਹੋਰ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਬਾਬਾ ਜੀ ਇੱਧਰ ਨੂੰ ਹੋਇਓ, ਪਰਾਂ ਨੂੰ ਹੋਇਓ ਨਾ। ਅੱਜ ਮੈਂ ਜੇ ਥੋੜ੍ਹਾ ਜਿਹਾ ਪੋਲੀਟਿਕਸ ਨੂੰ ਇਹਨੂੰ ਆਈ ਮੰਨ ਲਓ ਪੋਲੀਟਿਕਸ ਹੀ ਹੋ ਗਈ ਨਾ ਗੱਲ, VIP ਹੋ ਗਿਆ ਮੈਂ। ਅੱਜ ਲੋਕ ਬਾਹਰੇ ਖੜੇ ਬਾਬਾ ਜੀ ਛੋੜੇ ਦਾ, ਮੈਂ ਕਿਹਾ ਮੇਰੇ ਦਰਸ਼ਨ ਨਹੀਂ ਕਰਦੇ ਤੁਸੀਂ, ਮਾਇਆ ਦੇ ਦਰਸ਼ਨ ਕਰਨ ਆਉਂਦੇ ਹੋ। ਕਿਸੇ ਵੱਡੀ ਕੰਪਨੀ ਦਾ ਹੱਥ ਤਾਂ ਨਹੀਂ ਤੁਹਾਡੇ ਪਿੱਛੇ ਕੋਈ ਜਾੜੀ ਨੋਟ ਹੀ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਹੋਵੇ? ਉਹੀ ਕਰੰਸੀ ਮੋੜ ਦਿਓ ਨਾ ਲੋਕਾਂ ਨੂੰ, ਜਿਹੜੇ ਲੋਕ ਜਮ੍ਹਾਂ ਕਰਾਉਂਦੇ ਨੇ। ਹਾਂਜੀ ਮੇਰੇ ਕੋਲ ਕਰੰਸੀ ਉਹੀ ਹੈ, ਬਾਕੀ ਬਾਹਰੇ ਮੇਰਾ ਕਿਸੇ ਨਾਲ ਕੋਈ ਟਾਈ ਅਪ ਨਹੀਂ ਹੈ। ਤਾਂ ਹੋਊਗਾ ਜੇ ਮੈਂ ਬਾਹਰ ਨਿਕਲਾਂ। ਬਾਹਰ ਤਾਂ ਮੈਂ ਜਾਂਦਾ ਨਹੀਂ, ਜੇ ਮੈਂ ਬਾਥਰੂਮ ਵੀ ਜਾਂਦਾ ਮੇਰੇ ਮਗਰ 5 ਬੰਦੇ ਖੜੇ ਹੁੰਦੇ ਨੇ। ਮੈਂ ਕਿਹਾ ਯਾਰ ਮੂਹਰੇ ਕੰਧ ਹੈ, ਇੱਧਰ ਦੀ ਮੈਂ ਨਹੀਂ ਨਿਕਲ ਸਕਦਾ, ਮੈਂ ਤੋੜ ਨਹੀਂ ਸਕਦਾ ਇਹਨੂੰ, ਕਮ ਸੇ ਕਮ 2 ਮਿੰਟ ਪਿੱਛੇ ਤਾਂ ਖੜ ਜਾਓ, ਮਾੜਾ ਜਿਹਾ ਤਾਂ ਪਿੱਛੇ ਹੋ ਜਾਓ, ਇੱਧਰ ਦੀ ਥੋੜ੍ਹਾ ਭੱਜ ਜਾਊਂਗਾ ਮੈਂ। ਬਾਕੀ ਮੈਂ ਖਾਲੀ ਭੱਜ ਨੂੰ, ਤੁਹਾਨੂੰ ਕੀ ਦਿੱਕਤ ਆ? ਪੈਸਾ ਤਾਂ ਅੰਦਰ ਪਿਆ ਸਾਰਾ, ਉਹ ਤਾਂ ਮੈਨੇਜਮੈਂਟ ਕੋਲ ਪਿਆ ਸਾਰਾ ਪੈਸਾ, ਉਹ ਤਾਂ ਮੈਂ ਲੈ ਕੇ ਭੱਜੂ। ਫਿਰ ਵੀ ਲੋਕ ਸਮਝ ਨਹੀਂ ਰਹੇ। ਦਰਸ਼ਕੋ, ਤੁਸੀਂ ਇਹ ਜਿਹੜੇ ਪਾਠੀ ਸਿੰਘ ਗੁਰਮੇਲ ਸਿੰਘ ਸਾਡੇ ਨਾਲ ਬੈਠੇ ਨੇ, ਇਹਨਾਂ ਦੀ ਪੂਰੀ ਵਾਰਤਾਲਾਪ ਆ ਜਿਹੜੀ ਤੁਹਾਨੂੰ ਸੁਣਾਈ ਹੈ, ਕਿਸ ਤਰੀਕੇ ਨਾਲ ਇਹ 3 ਲੱਖ ਲੈ ਕੇ 20 ਲੱਖ ਦਿੰਦੇ ਨੇ, 3000 ਲੈ ਕੇ 27000 ਦਿੰਦੇ ਨੇ। ਇਹ ਇਹਨਾਂ ਨੂੰ ਪਤਾ ਹੈ
ਇਹਨਾਂ ਨੇ ਜਿਹੜੀ ਇਹਨਾਂ ਦੀ ਅਸਲ ਸੱਚਾਈ ਆ ਉਹ ਅਸੀਂ ਤੁਹਾਡੇ ਰੂਬਰੂ ਕਰਵਾਤੀ ਕਿ ਕਿਸ ਤਰੀਕੇ ਨਾਲ ਇਹ ਪੈਸੇ ਦਿੰਦੇ ਨੇ। ਜੇ ਤੁਸੀਂ ਆਪਣੇ ਪੈਸੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪਹਿਰਵਾਈ ਖੁਦ ਕਰੋ, ਕਿਉਂਕਿ ਇਹਨਾਂ ਨੇ ਆਪਣੀ ਜ਼ੁਬਾਨ ਨਾਲ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਕੰਮ ਅਸੀਂ ਕਰ ਰਹੇ ਹਾਂ ਇਹ ਚਿੱਟ ਫੰਡ ਕੰਪਨੀਆਂ ਦੇ ਆਧਾਰ ਤੇ ਹੀ ਕਰ ਰਹੇ ਹਾਂ। ਅਸੀਂ ਬਿਲਕੁਲ ਉਸੇ ਤਰ੍ਹਾਂ ਕੰਮ ਕਰ ਰਹੇ ਹਾਂ, ਪਾਲਿਸੀ ਬਣਾ ਕੇ ਕਮੇਟੀਆਂ ਜਿਹੜੀਆਂ ਸ਼ੁਰੂ ਕੀਤੀਆਂ ਨੇ। ਜਿੰਨਾ ਚਿਰ ਲੋਕਾਂ ਦਾ ਪੈਸਾ ਸਾਡੇ ਕੋਲੇ ਆਉਂਦਾ ਰਹੂ ਉਹਨਾਂ ਚਿਰ ਅਸੀਂ ਲੋਕਾਂ ਨੂੰ ਪੈਸਾ ਵਾਪਸ ਦਿੰਦੇ ਰਹਾਂਗੇ। ਇਸੇ ਤਰੀਕੇ ਨਾਲ ਹੀ ਕੋਈ ਕੰਪਨੀ ਚੱਲਦੀ ਹੈ, ਜਿੱਦਾਂ ਕੋਈ ਬੈਂਕ ਚੱਲਦੀ ਹੈ। ਜਦੋਂ ਕਿਸੇ ਬੈਂਕ ਨੂੰ ਜਾਂ ਕਿਸੇ ਕੰਪਨੀ ਨੂੰ ਕੋਈ ਲਾਸ ਹੋ ਜਾਂਦਾ ਹੈ, ਘਾਟਾ ਪੈ ਜਾਂਦਾ, ਤਾਂ ਜਿਹੜੇ ਉਹਦੇ ਇਨਵੈਸਟਮੈਂਟ ਕੀਤੀ ਹੁੰਦੀ ਹੈ ਲੋਕਾਂ ਦੀ, ਉਹਨਾਂ ਦਾ ਪੈਸਾ ਡੁੱਬ ਜਾਂਦਾ। ਉਸੇ ਤਰੀਕੇ ਨਾਲ ਹੀ ਇਹ ਕਰ ਰਹੇ ਨੇ। ਆਪਾਂ ਇਸ ਤੋਂ ਇਲਾਵਾ ਇੱਥੇ ਬਾਹਰ ਸੈਂਕੜੇ ਲੋਕ ਨੇ ਜਿਹੜੇ ਲੋਕਾਂ ਦੇ ਪੈਸੇ ਇੱਥੇ ਇਨਵੈਸਟ ਕੀਤੇ ਹੋਏ ਨੇ। ਆਪਾਂ ਉਹਨਾਂ ਤੋਂ ਵਿਚਾਰ ਲੈਂਦੇ ਹਾਂ ਕਿ ਕਿੰਨੇ ਕਿੰਨੇ ਪੈਸੇ ਉਹਨਾਂ ਨੇ ਇਨਵੈਸਟ ਕੀਤੇ ਨੇ, ਕਿੰਨੇ ਉਹਨਾਂ ਨੂੰ ਵਾਪਸ ਆ ਗਏ, ਕਦੋਂ ਤੋਂ ਇਹ ਕੰਮ ਚੱਲਦਾ ਆ ਰਿਹਾ। ਹੁਣ ਜਿੱਥੇ ਅਸੀਂ ਖੜੇ ਆ ਇਹ ਰਵਿਦਾਸ ਭਗਤ ਦਾ ਗੁਰੂ ਘਰ ਹੈ ਪਿੰਡ ਗਠਾਲਾ ਦੇ ਵਿੱਚ। ਸੰਗਰੂਰ ਮਰੇਲਕੋਟਲੇ ਤੋਂ ਚੰਦ ਦੂਰੀ, ਜਿਹੜਾ ਮਰੇਲਕੋਟਲੇ ਤੋਂ ਚੰਦ ਦੂਰੀ ਦੇ ਉੱਪਰ ਜਿਹੜਾ ਇਹ ਸਥਿਤ ਹੈ ਗੁਰੂ ਘਰ ਰਵਿਦਾਸ ਭਗਤ ਹੈ ਇਹ ਗਠਾਲੇ ਦਾ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੇ ਅਨੇਕਾਂ ਲੋਕ ਬੈਠੇ ਨੇ। ਇਧਰਲੀ ਸਾਈਡ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰੋ। ਸਟੇਜ ਲੱਗਿਆ ਹੋਇਆ, ਢਾਡੀ ਲੱਗੇ ਹੋਏ ਨੇ, ਦੀਵਾਨ ਲੱਗਿਆ ਸਾਹਮਣੇ। ਜਿਹੜਾ ਤੁਸੀਂ ਇਸ ਗੁਰੂ ਘਰ ਦਾ ਜਿਹੜਾ ਦਰਬਾਰ ਹੈ ਜਿਹੜਾ ਉਹ ਦੇਖ ਰਹੇ ਹੋਗੇ। ਇੱਧਰ ਅਨੇਕਾਂ ਲੋਕ ਜਿਹੜੇ ਬੈਠੇ ਨੇ, ਲੋਕ ਪ੍ਰਸ਼ਾਦਾ ਛਕ ਰਹੇ ਨੇ, ਦੀਵਾਨ ਨੂੰ ਜਿਹੜੇ ਦੀਵਾਨ ਸੁਣ ਰਹੇ ਨੇ। ਆਪਾਂ ਇਹਨਾਂ ਲੋਕਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਹੋਇਆ, ਕਦੋਂ ਤੋਂ ਇਹ ਲੋਕ ਚਲਾ ਰਹੇ ਨੇ ਤੇ ਕਿੰਨੇ ਪੈਸੇ ਇਹਨਾਂ ਨੂੰ ਮਿਲ ਗਏ ਤੇ ਕਿੰਨੇ ਇਹਨਾਂ ਨੇ ਇਨਵੈਸਟ ਕਰਿਆ। ਆਓ ਚੱਲਦੇ ਆ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਬਲਜਿੰਦਰ ਕੌਰ ਆ ਜੀ। ਕਿਹੜਾ ਪਿੰਡ ਆ ਜੀ? ਗਠਾਲਾ ਪਿੰਡ ਆ ਜੀ, ਜ਼ਿਲ੍ਹਾ ਸੰਗਰੂਰ, ਨੇੜੇ ਮਲੇਰਕੋਟਲਾ। ਕੀ ਕੰਮ ਕਰਦੇ ਹੋ ਤੁਸੀਂ? ਪੰਚਾਇਤ ਮੈਂਬਰ ਹੋ ਕੋਈ? ਕੀ ਉਹ ਘਰ ਦਾ ਕੰਮ ਕਰਦੇ ਹੋ? ਵੀਰ ਜੀ ਅਸੀਂ ਘਰ ਦਾ ਹੀ ਕੰਮ ਕਰਦੇ ਆ। ਘਰ ਦਾ ਕੰਮ ਕਰਦੇ ਹੋ। ਕਿੰਨੇ ਪੈਸੇ? ਸਾਬਕਾ ਪੰਚ ਆ ਜੀ। ਕੀ ਕਰਦੇ ਹੋ? ਸਾਬਕਾ ਪੰਚ। ਸਾਬਕਾ ਪੰਚ ਹੋ। ਕਿੰਨੇ ਪੈਸੇ ਤੁਹਾਡੇ ਇਨਵੈਸਟ ਕੀਤੇ ਹੋਏ ਨੇ ਤੇ? ਸਾਡੇ ਵੀਰ ਜੀ 3000 ਭੇਟਾ ਦਿੱਤੀ ਅਖੰਡ ਪਾਠ ਦੀ। 3000 ਭੇਟਾ ਦਿੱਤੀ ਅਖੰਡ ਪਾਠ ਦੀ? ਹਾਂਜੀ। ਬਾਬਾ ਕਹਿੰਦਾ ਵੀ ਮੈਂ 3000 ਲੈ ਕੇ ਲੋਕਾਂ ਨੂੰ 27000 ਦੇ ਦਿੰਦਾ, ਤੁਹਾਨੂੰ ਵੀ ਦੇ ਦਿੰਦਾ? ਹਾਂਜੀ। ਕਿੰਨੇ ਪੈਸੇ ਦਿੱਤੇ? ਕੋਈ ਸ਼ੱਕ ਨਹੀਂ ਇਹਦੇ ਵਿੱਚ। ਕਿੰਨੇ ਪੈਸੇ ਦਿੱਤੇ ਹੁਣ ਤਾਈਂ? ਸਾਨੂੰ ਦੇਦਾ ਹੋਊਗਾ ਜੀ 50000। 50000 ਦਿੱਤਾ। ਬਾਬਾ ਤਾਂ ਕਹਿੰਦਾ ਮੈਂ 27000 ਦਿੰਦਾ, ਤੁਹਾਨੂੰ 50000 ਕਿਉਂ ਦਿੱਤਾ? ਸਾਨੂੰ ਜੀ ਹਜੇ ਫਿਰ ਅਸੀਂ ਲੇਟ ਲਾਏ ਆ। ਲੇਟ ਲਏ ਆ। ਅੱਛਾ, ਇਹ ਵੀ ਸਿਸਟਮ ਆ ਵੀ ਜੇ ਤੁਸੀਂ ਸਮੇਂ ਤੇ ਪੈਸੇ ਨਹੀਂ ਲੈਂਦੇ, ਲੇਟ ਲੈਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਮਿਲਦੇ ਨੇ? ਗੱਲੇ 'ਚ ਪਾਏ ਜਾਂਦੇ ਜੇ, ਜਿਹੜੇ ਨਹੀਂ ਟਾਈਮ ਤੇ ਲੈਂਦਾ ਗੱਲੇ 'ਚ ਪਾਏ ਜਾਂਦੇ। ਅੱਛਾ, ਜੇ ਤੁਸੀਂ ਅੱਜ ਆਪਦੇ ਪੈਸੇ ਨਹੀਂ ਲੈਣ ਆਏ ਤਾਂ ਉਹ ਗੱਲੇ 'ਚ ਪਾ ਦੇ? ਹਾਂ, ਗੱਲੇ 'ਚ ਪਾਏ ਜਾਂਦੇ ਨੇ। ਲੰਗਰ ਹਾਂਜੀ। ਫਿਰ ਇਹ ਹੈਗਾ ਵੀ ਉਹ ਗੱਲੇ 'ਚੋਂ ਪੈਸੇ ਦੁਬਾਰਾ ਤੁਹਾਨੂੰ ਮਿਲਣਗੇ? ਉਹ ਗੱਲੇ 'ਚ ਪੈਸੇ ਸੰਗਤ ਨੂੰ ਦਿੱਤੇ ਜਾਂਦੇ ਨੇ, ਜਿਹੜੀ ਸੰਗਤ ਨੂੰ ਦਿੱਤੇ ਜਾਂਦੇ ਨੇ ਉਹ ਦਿੰਦੇ ਵੀ ਨੇ ਜੀ। ਜਦੋਂ ਅਸੀਂ ਆਉਨੇ ਆ, ਜੇ ਲੇਟ ਵੀ ਆਉਨੇ, ਬਾਬਾ ਜੀ ਨੂੰ ਦੱਸਦੇ ਵੀ ਅਸੀਂ ਗਏ ਹੋ ਜੀ ਆਹ ਕੰਮ ਤੇ, ਸਾਨੂੰ ਦਿੰਦੇ ਨੇ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੱਲੇ 'ਚ ਪਾਏ ਜਾਂਦੇ ਨੇ, ਜਿਹੜੇ ਗੱਲੇ 'ਚ ਪੈਸੇ ਪਾਏ ਜਾਂਦੇ ਨੇ ਉਹ ਸੰਗਤਾਂ ਨੂੰ ਵਰਤਾਏ ਜਾਂਦੇ ਨੇ, ਜਿਹਦੇ ਗਰੀਬ ਗੁਰਬਾ ਜਿਹੜੇ ਭੁੱਖੇ ਠਿਆ ਨੇ। ਅੱਛਾ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਮਾਇਆ ਦਾ ਵੀ ਲੰਗਰ ਚੱਲਦਾ। ਜੇਕਰ ਬਾਬਾ ਤੁਹਾਡੇ ਪੈਸੇ ਲੈ ਕੇ ਭੱਜ ਜਾਂਦਾ ਫਿਰ ਕੀ? ਭੱਜ ਜਾਂਦਾ ਫਿਰ ਸਾਡੇ ਪੈਸੇ, ਅਸੀਂ ਆਪੇ ਜ਼ਿੰਮੇਦਾਰ ਆ। ਅਸੀਂ ਦਿੰਨੇ ਬਾਬੇ ਨੂੰ, ਸਾਨੂੰ ਕੋਈ ਇਤਰਾਜ਼ ਨਹੀਂ। ਬਾਬਾ ਭੱਜਦਾ ਬੇਸ਼ੱਕ ਦੀ ਭੱਜ। ਲੋਕ ਤਾਂ ਪਹਿਲਾਂ ਹੀ ਦੁਖੀ ਨੇ, ਕਰਜ਼ੇ ਦੇ ਮਾਰੇ ਹੋਏ ਨੇ। ਤੁਸੀਂ ਕਹਿੰਦੇ ਹੋ ਸਾਨੂੰ ਕੋਈ ਇਤਰਾਜ਼ ਹੀ ਨਹੀਂ ਜੇ ਬਾਬਾ? ਇਤਰਾਜ਼ ਨਹੀਂ ਬਾਬਾ ਜੀ, ਸਾਡੇ ਬਾਬਾ ਸਾਡਾ, ਅਸੀਂ ਬਾਬੇ ਦੇ ਆ। ਅੱਛਾ ਜੀ, ਇਹਨਾਂ ਤੋਂ ਇਲਾਵਾ ਆਪਾਂ ਬਾਕੀ ਕੁਝ ਹੋਰ? ਬਾਬਾ ਜੀ ਸਾਨੂੰ ਬਾਬਾ ਕੋਈ ਡਰ ਨਹੀਂ। ਅੱਛਾ, ਇਹਨਾਂ ਤੋਂ ਇਲਾਵਾ ਆਪਾਂ ਬਾਕੀ ਕੁਝ ਹੋਰ ਲੋਕਾਂ ਨਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਰਮਜੀਤ ਸਿੰਘ ਜੀ। ਕਰਮਜੀਤ ਸਿੰਘ, ਕਿਹੜਾ ਪਿੰਡ ਹੈ ਜੀ? ਝਨੇਰ ਜੀ। ਕਿੰਨੀ ਦੂਰ ਹੈ ਇੱਥੋਂ? ਇੱਥੋਂ ਪੈਂਦਾ 7-8 ਕਿਲੋਮੀਟਰ। ਹੁਣ ਟਾਈਮ ਕਿੰਨਾ ਹੋ ਗਿਆ ਪਤਾ ਜੀ ਕੁਝ? ਹਾਂ ਜੀ, ਹਾਂ। ਕਿੰਨਾ ਹੋ ਗਿਆ ਜੀ? 7:15 ਵੱਜ ਗਏ ਜੀ। 7:15 ਰਾਤ ਦੇ 7:15 ਵੱਜ ਗਏ ਨੇ, ਸ਼ਾਮ ਦੇ 7:15 ਵੱਜ ਗਏ। ਤੁਸੀਂ ਉਰੇ ਕੀ ਕੰਮ ਕਰਦੇ ਹੋ? ਅਸੀਂ ਲੰਗਰ ਦਾ ਕੰਮ ਕਰਦੇ ਹਾਂ। ਹਾਂ। ਸੇਵਾ ਕਰਦੇ ਹੋ? ਤਨਖਾਹੀ ਹੋ? ਨਾ ਫ੍ਰੀ ਹੈ ਜੀ। ਫ੍ਰੀ ਸੇਵਾ ਕਰਦੇ ਹੋ? ਬਾਬਾ ਤਾਂ ਲੋਕਾਂ ਨੂੰ ਪੈਸੇ ਦੇਈ ਜਾਂਦਾ, ਤੁਸੀਂ ਸੇਵਾ ਫ੍ਰੀ ਕਰਦੇ ਹੋ? ਹਾਂ ਜੀ, ਸਾਡੇ ਮਨੋਂ ਆ ਜੀ। ਤੁਸੀਂ ਮਨੋਂ ਆਏ ਹੋ, ਤੁਹਾਨੂੰ ਪੈਸੇ ਦਾ ਲਾਲਚ ਹੀ ਨਹੀਂ? ਨਹੀਂ, ਅਸੀਂ ਜਿਹੜੀ ਚੀਜ਼ ਇਹ ਦਿਖਾਉਣੀ ਚਾਹੁੰਦੇ ਉਹਨਾਂ ਅਸੀਂ ਜੁੜਨਾ ਆਇਆ, ਅਸੀਂ ਪੈਸੇ ਲਈ ਨਹੀਂ ਆਏ। ਬਾਬਾ ਕਹਿੰਦਾ ਮੈਂ ਲੋਕਾਂ ਦੀ ਮਦਦ ਕਰਦਾ, ਤੁਸੀਂ ਕੰਮ ਛੱਡ ਕੇ ਆਪਦਾ ਸਾਰਾ ਕੁਝ ਛੱਡ ਕੇ ਉਰੇ ਆਏ ਹੋ, ਫਿਰ ਤੁਹਾਨੂੰ ਪੈਸੇ ਦਾ ਲਾਲਚ ਕਿਉਂ ਨਹੀਂ? ਲਾਲਚ ਜਦ ਕਿ ਕਿਸੇ ਨੇ ਕੋਈ ਤੇ ਲਾਲਚ ਦਿੱਤੇ ਗਿਆ। ਸਾਨੂੰ ਪੈਸੇ ਤਾਂ ਹੈ ਹੀ ਨਹੀਂ ਜੀ, ਪੈਸਾ ਕੀ ਕਰਨਾ? ਪੈਸਾ ਹੱਥਾਂ ਦੇ ਮੈਲ ਆ। ਠੀਕ ਆ।
ਇਹ ਕੁਝ ਮਾਈਆਂ ਨੇ ਜਿਹੜੀਆਂ ਇੱਥੇ ਇਸ ਸਮੇਂ, ਕੁਝ ਔਰਤਾਂ ਨੇ ਜਿਹੜੀਆਂ ਭਾਂਡੇ ਮਾਂਜ ਰਹੀਆਂ ਨੇ ਇਸ ਗੁਰੂ ਘਰ ਦੇ ਵਿੱਚ। ਆਪਾਂ ਇਹਨਾਂ ਤੋਂ ਵੀ ਜਾਣਦੇ ਆ ਇਹ ਭਾਂਡੇ ਮਾਂਜਦੀਆਂ ਨੇ, ਇਹਨਾਂ ਨੇ ਕਿੰਨੇ ਪੈਸੇ ਇੱਥੇ ਇਨਵੈਸਟ ਕੀਤੇ ਆ, ਕਿੰਨੇ ਨਹੀਂ ਕੀਤੇ। ਸੱਚ ਝੂਠ ਤੋਂ ਜਿਹੜਾ ਪਰਦਾ ਚੱਕਣ ਦੀ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਹੈ ਜੀ ਤੁਹਾਡਾ? ਗਠਾਲਾ ਹੀ ਹੈ ਜੀ। ਕਿੰਨੇ ਪੈਸੇ ਤੁਸੀਂ ਲਾਏ ਆ? ਕੋਈ ਪੈਸੇ ਨਹੀਂ ਲਾਇਆ ਜੀ। ਕੋਈ ਪੈਸੇ ਨਹੀਂ ਲਾਏ। ਆਹ ਕੰਮ ਦੀ ਤੁਹਾਨੂੰ ਕੋਈ ਤਨਖਾਹ ਦਿੰਦਾ? ਨਹੀਂ ਜੀ, ਅਸੀਂ ਕੋਈ ਨਹੀਂ ਲੈਂਦੇ ਜੀ। ਸੇਵਾ ਕਰਦੇ ਹੋ ਵੀ ਬਾਬਾ ਪੈਸੇ ਦਿੰਦਾ ਕਿਹਨੂੰ? ਨਹੀਂ ਜੀ, ਅਸੀਂ ਖੁੱਲੀ ਸੇਵਾ ਕਰਦੇ ਹਾਂ ਇਸ ਤੋਂ। ਤੁਸੀਂ ਕਿਹਾ ਅਸੀਂ ਕੋਈ ਪੈਸੇ ਇਨਵੈਸਟ ਨਹੀਂ ਕੀਤੇ, ਅਸੀਂ ਸੇਵਾ ਕਰਦੇ ਆ, ਸਾਨੂੰ ਸੇਵਾ ਕਰਦੇ ਜੀ, ਕੋਈ ਪੈਸਾ ਨਹੀਂ ਲਾਇਆ ਹੈਗਾ, ਖੁੱਲੀ ਸੇਵਾ ਕਰਦੇ। ਪਤਾ ਜੀ, ਤੁਸੀਂ ਕੋਈ ਦੱਸ ਸਕਦੇ ਹੋ ਇਹਦੇ ਬਾਰੇ? ਹਾਂ ਜੀ, ਦੱਸ ਸਕਦੇ ਹਾਂ। ਦੱਸੋ ਜੀ ਕੁਝ ਇਹਦੇ ਬਾਰੇ। ਬਾਬਾ ਜੀ ਸਾਡਾ, ਅਸੀਂ ਬਾਬਾ ਜੀ ਦੇ। ਹਾਂ, ਅਸੀਂ ਸੇਵਾ ਕਰਦੇ ਹਾਂ, ਪ੍ਰਸਾਦਾ ਛਕਦੇ ਹਾਂ। ਬਾਬਾ ਜੀ ਨੇ ਤੁਹਾਨੂੰ ਕੋਈ ਮਾਲੀ ਮਦਦ ਕੀਤੀ ਆ? ਸਾਨੂੰ ਜੀ ਜਿਹੇ ਜਿਹੇ ਅਸੀਂ ਮਤਲਬ ਗੋਲਕ ਚ ਪਾ ਦਿੰਨੇ ਆ, ਉਹੋ ਜਿਹਾ ਪ੍ਰਸਾਦਾ ਛਕੀ ਜਾਂਦੇ ਆ। ਤੁਹਾਨੂੰ ਪੈਸਾ ਕੋਈ ਦਿੱਤਾ ਨਹੀਂ ਬਾਬੇ ਨੇ? ਬਾਬਾ ਪੈਸਾ ਦੇ ਦਿੰਦਾ। ਕਿੰਨੇ ਪੈਸੇ ਦਿੱਤੇ? ਸਾਨੂੰ 5000 ਦਿੱਤਾ। 5000 ਦਿੱਤਾ। ਹਾਂ ਜੀ, ਹਾਂ ਜੀ, 3000 ਪਾਇਆ ਸੀ ਤੁਸੀਂ ਗੋਲਕ 'ਚ? ਹਾਂ ਜੀ। ਜਾਣੀ ਕਿ ਤੁਹਾਨੂੰ ਤੁਹਾਡੇ ਗੋਲਕ 'ਚ ਜਿੰਨੇ ਤੁਸੀਂ ਸੇਵਾ ਪਾਤੀ, ਜਾਣੀ ਕਿ ਅਖੰਡ ਪਾਠ ਦੀ ਭੇਟਾ ਦੇਤੀ 3000 ਰੁਪਈਆ, ਤੁਹਾਨੂੰ 5000 ਬਾਬੇ ਨੇ ਦਿੱਤਾ, 2000 ਰੁਪਈਆ ਵੱਧ ਹੀ ਦਿੱਤਾ। ਅਸੀਂ ਜੀ ਮਤਲਬ ਉਹ ਇੱਥੇ ਲੰਗਰ ਦਾ ਵੀ ਕੰਮ ਚਲਾਉਨੇ ਆ। ਠੀਕ ਹੈ ਜੀ। ਅਸੀਂ ਫੇਰ ਵੀ ਪਾਉਨੇ ਆ ਆਪਦੀ ਮਿਹਨਤ ਪਾਉਨੇ ਆਗੇ ਆਪਦੀ। ਤੁਹਾਨੂੰ ਕੁਝ ਨਾ ਕੁਝ ਉਰੇ ਜਾਣੀ ਕਿ ਮਿਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਹੈ ਤੁਹਾਡਾ? ਆਹੀ ਪਿੰਡ ਆ ਵੀਰ ਜੀ, ਗਠਾਲਾ ਪਿੰਡ। ਕਿੰਨੇ ਪੈਸੇ ਦਿੱਤੇ ਸੀ ਤੁਸੀਂ ਇਹਦੇ 'ਚ? ਕੁਛ ਨਹੀਂ ਦਿੱਤਾ ਜੀ, ਇਸ ਤਾਂ ਮਹਾਰਾਜ ਨੂੰ ਖੰਡ ਪਾਠ ਦੀ ਭੇਟਾ ਦਿੱਤੀ ਆ। ਅੱਛਾ, ਕਿੰਨੇ ਪੈਸੇ ਬਾਬੇ ਨੇ ਤੁਹਾਡੀ ਮਦਦ ਕਿੰਨੇ ਪੈਸੇ ਦੀ ਕੀਤੀ? ਸਾਨੂੰ ਤਾਂ ਪਤਾ ਨਹੀਂ ਵੀਰ ਜੀ, ਕਿੰਨੇ ਰੁੱਗ ਭਰ ਕੇ ਦੇ ਦੇਣ, ਸਾਨੂੰ ਕੋਈ ਪਤਾ ਨਹੀਂਗਾ। ਹਾਂ, ਜਾਣੀ ਕਿ ਖੁੱਲੇ ਗੱਫੇ ਤੁਹਾਨੂੰ ਇਹ ਗੱਫੇ ਮਿਲਦੇ ਨੇ ਵੀਰ ਜੀ। ਤੁਹਾਨੂੰ ਜੀ ਹਾਂਜੀ, ਸਾਨੂੰ ਵੀ ਖੰਡ ਪਾਠ ਦੀ ਭੇਟਾ ਦਿੱਤੀ ਆ, ਬਾਅਦ ਖੁੱਲੇ ਗੱਫੇ ਦਿੰਦੇ ਆ ਸਾਨੂੰ ਬਾਬਾ ਖੁੱਲੇ ਜੀ। ਗੱਫੇ ਦਿੰਦੇ ਆ, ਕੋਈ ਲਿਮਟ ਨਹੀਂ, ਕੋਈ ਲੱਖ ਨਹੀਂ, ਕੋਈ ਹਜ਼ਾਰ ਨਹੀਂ, ਬਸ ਜਿੰਨਾ ਜੀ ਕਰਿਆ ਹੱਥ ਚ ਆਏ। ਚੱਲਦਾ ਵੀਰੇ, ਗੁਰੂ ਦਾ ਲੰਗਰ 24 ਘੰਟੇ ਚੱਲਦਾ, ਜਿਹੜਾ ਕੋਈ ਮਰਜ਼ੀ ਬਾਹਰੋਂ ਆ ਕੇ ਛਕ ਲਵੇ। ਠੀਕ ਹੈ ਜੀ। ਤੁਹਾਨੂੰ ਕਿੰਨੇ ਪੈਸੇ ਮਿਲ ਗਏ ਜੀ ਉਰੇ? ਹੁਣ ਜਿਹੜਾ ਇਹਨਾਂ ਦਾ ਅਸੀਂ ਉਹੀ ਆਪਣਾ ਹਿਸਾਬ ਕਿਤਾਬ ਆ ਜੀ, ਜਿਵੇਂ ਉਹਨਾਂ ਨੇ ਕਿਹਾ ਆਪਾਂ ਜਿਵੇਂ ਦਿੰਦੇ ਉਦਾਂ ਲੈ ਲਈਦੇ ਨੇ ਜੀ। ਨਾ ਗਿਣੇ ਨੇ ਤਾਂ ਨਾ ਗਿਣਨੇ ਆ ਜੀ। ਅੱਛਾ ਜੀ। ਠੀਕ ਹੈ ਜੀ। ਇੰਨੇ ਕੁ ਪੈਸੇ ਫੜਾਉਂਦੇ ਵੀ ਗਿਣਨ ਦੀ ਵੀ ਲੋੜ ਹਾਂ, ਨਹੀਂ ਪੈਂਦੀ ਜੀ ਲੋੜ, ਨਾ ਲੋੜ ਪੈਣੀ ਆ ਜੀ। ਇਹਦਾ ਬਾਬੇ ਰਵਿਦਾਸ ਦਾ ਸਮਝ ਲਓ ਵੀ ਉਹ ਕਰਤਾ ਉਹਨਾਂ ਨੇ, ਹਨਾ ਜੀ, ਕਿਰਪਾ ਕਰਤੀ ਸਾਡੇ ਉੱਤੇ। ਤੇ ਅਸੀਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ, ਪਤਾ ਨਹੀਂ ਵਾਹਿਗੁਰੂ ਨੇ ਕੀ ਕਰਨਾ ਅੱਗੇ। ਠੀਕ ਆ ਜੀ, ਸਾਡਾ ਤਾਂ ਇਹੀ ਆ ਜੀ। ਕਿੰਨੇ ਕੁ ਪੈਸੇ ਮਿਲ ਗਏ? ਵੀਰ ਜੀ ਕੋਈ ਹਿਸਾਬ ਨਹੀਂਗਾ, ਮੇਰੇ ਜਿੰਨੇ ਲਾਏ ਤੇ ਮੈਨੂੰ ਉਦੋਂ ਵੱਧ ਫਾਇਦਾ ਹੋ ਰਿਹਾ। ਕਿੰਨੇ ਕੁ ਗੁਣਾ ਵੱਧ ਫਾਇਦਾ ਹੋ ਗਿਆ? ਮੈਨੂੰ ਘੱਟੋ ਘੱਟ 10 ਗੁਣਾ ਤੋਂ ਵੀ ਵੱਧ। 10 ਗੁਣਾ ਤੋਂ ਵੱਧ ਹੋ ਗਿਆ। 3000 ਇਨਵੈਸਟ ਕੀਤਾ ਸੀ, 30000 ਕੀਤਾ ਸੀ ਕਿ 3 ਲੱਖ ਕੀਤਾ? 3000 ਕੀਤਾ ਸੀ ਵੀ। 3000 ਕੀਤਾ ਸੀ, ਜਾਣੀ ਕਿ ਤੁਹਾਨੂੰ 30000 ਰੁਪਏ ਮਿਲ ਗਏ। 30 ਤੋਂ ਵੀ ਵੱਧ ਮਿਲ ਚੁੱਕਾ। 30 ਤੋਂ ਵੀ ਵੱਧ ਮਿਲ ਗਿਆ। ਕਿੰਨੇ ਸਮੇਂ 'ਚ ਮਿਲ ਗਿਆ ਜੀ? ਮੈਨੂੰ ਘੱਟੋ ਘੱਟ 20-22 ਦਿਨਾਂ ਚ ਸਰ। 20-22 ਦਿਨਾਂ ਦੇ ਵਿੱਚ। ਦਰਸ਼ਕੋ, ਇਹ ਜਿਹੜੇ ਸਾਡੇ ਨਾਲ ਇੱਥੇ ਸੈਂਕੜੇ ਲੋਕ ਇਸ ਸਮੇਂ ਖੜੇ ਨੇ, ਤਕਰੀਬਨ ਰਾਤ ਦੇ 8 ਉਰੇ ਵੱਜ ਚੁੱਕੇ ਨੇ। ਤੁਸੀਂ ਮੇਰੇ ਪਿੱਛੇ ਸੈਂਕੜੇ ਲੋਕ ਦੇਖ ਸਕਦੇ ਹੋ। ਕੈਮਰਾਮੈਨ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਦਿਖਾਉਣ ਦੀ ਕੋਸ਼ਿਸ਼ ਕਰੇ। ਸੈਂਕੜੇ ਲੋਕਾਂ ਦਾ ਉਰੇ ਲੰਗਰ ਜਿਹੜਾ ਤਿਆਰ ਹੋ ਰਿਹਾ, ਲੋਕਾਂ ਨੂੰ ਘਰ ਜਾਣ ਦੀ ਨਹੀਂ, ਕਿਸੇ ਨੂੰ ਕੁਛ ਨਹੀਂ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਪੈਸੇ ਮਿਲ ਰਹੇ ਨੇ, ਸਾਨੂੰ ਹਿਸਾਬ ਤੋਂ ਬਾਹਰ ਪੈਸੇ ਮਿਲਦੇ ਨੇ, ਨਾ ਹੀ ਕਿਸੇ ਗਿਣਤੀ 'ਚ ਹੈ, ਨਾ ਹੀ ਕਿਤੇ ਹੋਰ ਹੈ। ਇਹਦੇ ਪਿੱਛੇ ਕੀ ਰਾਜ ਹੈ ਕੀ ਨਹੀਂ, ਉਹ ਅਸੀਂ ਨਹੀਂ ਜਾਣਦੇ। ਜਿਹੜਾ ਬਾਬੇ ਦਾ ਪੱਖ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ, ਜਿਹੜੇ ਇਸ ਗੁਰੂ ਘਰ ਦੇ ਪ੍ਰਬੰਧਕ ਨੇ ਉਹਨਾਂ ਦਾ ਪੱਖ ਤੁਹਾਨੂੰ ਦਿਖਾ ਚੁੱਕੇ ਹਾਂ। ਉਹਨਾਂ ਨੂੰ ਅਸੀਂ ਤਿੱਖੇ ਜਿਹੜੇ ਸਵਾਲ ਜਵਾਬ ਕਰ ਚੁੱਕੇ ਹਾਂ, ਉਹਨਾਂ ਨੂੰ ਪੁੱਛ ਚੁੱਕੇ ਹਾਂ ਕਿ ਲੋਕਾਂ ਨੂੰ ਕਿਤੇ ਜਾਲੀ ਕਰੰਸੀ ਤਾਂ ਨਹੀਂ ਤੁਸੀਂ ਦੇ ਰਹੇ, ਆਪਣੀ ਜਿਹੜੀ ਕਰੰਸੀ ਆ ਉਹਨੂੰ, ਜਾਲੀ ਕਰੰਸੀ ਨੂੰ ਅਸਲੀ ਕਰੰਸੀ ਦੇ ਵਿੱਚ ਕਨਵਰਟ ਤਾਂ ਨਹੀਂ ਕਰ ਰਹੇ, ਤੁਹਾਡੇ ਪਿੱਛੇ ਕੋਈ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਹੱਥ ਤਾਂ ਨਹੀਂ। ਇਹ ਸਾਰਾ ਕੁਝ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਤੁਸੀਂ ਖੁਦ ਨਿਰਣੇ ਲੈਣਾ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਕੁਝ ਹੋ ਰਿਹਾ ਉਹ ਸੱਚ ਹੋ ਰਿਹਾ ਜਾਂ ਝੂਠ ਹੋ ਰਿਹਾ। ਧੰਨਵਾਦ ਦਰਸ਼ਕੋ।